ਜਿਹੜੇ ਕਿਰਦਾਰ ਦੀ ਆਪਾਂ ਗੱਲ ਕਰ ਰਹੇ ਹਾਂ, ਜੋ ਆਪਾਂ ਕਿਰਦਾਰੇ ਖਾਲਸਾ ਦੀ ਗੱਲ ਕਰ ਰਹੇ ਹਾਂ, ਜਦੋਂ ਸਾਡੇ ਅੰਦਰ ਇਹ ਸਾਡੀ ਆਤਮਾ ਦੇ ਵਿੱਚ ਇਹ ਕਿਰਦਾਰ ਵਸ ਗਿਆ ਤਾਂ ਬਾਹਰੀ ਭੇਸ ਆਪਣੇ ਆਪ ਹੀ ਉੱਦਾਂ ਦਾ ਹੋ ਜਾਣਾ ਆ। ਆਪਾਂ ਸਾਰੇ ਇੱਕ ਦੂਸਰੇ ਨੂੰ ਬੜੇ ਪਿਆਰ ਨਾਲ ਮਿਲਦੇ ਵੀ ਹਾਂ, ਪਰ ਸਾਡੇ ਅੰਦਰ ਕੀ ਚੱਲ ਰਿਹਾ ਹੁੰਦਾ ਉਹ ਹੋਰ ਹੁੰਦਾ ਆ। ਇਹਨੂੰ ਆਪਣੇ ਆਪ ਦੇ ਵਿੱਚ ਜਰਾ ਮੰਥਨ ਕਰਕੇ ਆਪਾਂ ਦੇਖੀਏ ਕਿ ਕਿਆ ਜਿਸ ਤਰੀਕੇ ਨਾਲ ਆਪਾਂ ਪ੍ਰਟੈਂਡ ਕਰਦੇ ਹਾਂ, ਕਿਆ ਅਸੀਂ ਅੰਦਰੋਂ ਉਵੇਂ ਦੇ ਹੀ ਹਾਂ ਕਿ ਪਹਿਲੇ ਪਾਤਸ਼ਾਹੀ ਤੋਂ ਲੈ ਕੇ 9ਵੇਂ ਪਾਤਸ਼ਾਹੀ ਤੱਕ ਸਾਡਾ ਜਿਹੜਾ ਕਿਰਦਾਰ ਆ ਉਹ ਡਿਵੈਲਪ ਕੀਤਾ ਗਿਆ, ਔਰ ਫਿਰ ਜਦੋਂ ਉਸ ਕਿਰਦਾਰ ਦਾ ਇੱਕ ਵਾਰੀ ਪਰਖ ਹੋ ਗਈ ਤਾਂ ਉਹ 5 ਸਿਰ ਦਰਅਸਲ ਸਾਡਾ ਟੈਸਟ ਸੀ ਕਿ ਤੁਸੀਂ ਕਿੰਨੇ ਕੁ ਤੁਹਾਡਾ ਕਿਰਦਾਰ ਡਿਵੈਲਪ ਹੋਇਆ। ਹੁਣ ਉਹ ਕਿਰਦਾਰ ਡਿਵੈਲਪ ਹੋ ਗਿਆ ਤਾਂ ਉਹਨਾਂ ਨੇ ਫਿਰ ਫਾਈਨਲੀ ਮੋਹਰ ਲਾ ਦਿੱਤੀ ਬਾਣੇ ਦੇ ਨਾਲ। ਜਦੋਂ ਤੁਸੀਂ ਸਰੀਰ ਨੂੰ ਸਾਧਨ ਦੇ ਉੱਤੇ ਜ਼ੋਰ ਲਾ ਰਹੇ ਹੋ ਨਾ ਤੇ ਸਰੀਰ ਹੀ ਸਾਧਿਆ ਜਾਊਗਾ, ਮਨ ਸਾਧਿਆ ਨਹੀਂ ਜਾਊਗਾ, ਹੈ ਨਾ। ਔਰ ਗੁਰਬਾਣੀ ਕਹਿੰਦੀ ਆ ਮਨ ਜੀਤੇ ਜਗ ਜੀਤ, ਸਾਨੂੰ ਮਨ ਦੇ ਉੱਤੇ ਕਾਬੂ ਕਰਨਾ ਸੀ। ਇੱਕ ਬੈਲੈਂਸ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ। ਸਾਨੂੰ ਹਮੇਸ਼ਾ ਇਸ ਬੈਲੈਂਸ ਨੂੰ ਬਣਾ ਕੇ ਰੱਖਣਾ ਪਊਗਾ ਕਿ there is knowledge and then there is something to learn, ਉਹ ਬਣਾ ਕੇ ਰੱਖਣਾ ਪਊਗਾ। ਸੋ ਜਿਹੜੀ ਈਗੋ ਆ, ਜਦੋਂ ਵੀ ਅਸੀਂ ਆਪਣੇ ਬਾਹਰ ਵਾਲਾ ਭੇਸ ਬਣਾ ਲਿਆ ਪਰ ਅੰਦਰ ਆਪਾਂ ਉਹ ਸਾਡੇ ਅੰਦਰ ਪ੍ਰਫੁੱਲਿਤ ਨਹੀਂ ਹੋਈ ਤਾਂ ਉਸ ਟਾਈਮ ਦੇ ਉੱਤੇ ਉਹ ਜਿਹੜੀ ਈਗੋ ਆ ਨਾ ਉਹ ਨਾਲ ਅਟੈਚ ਹੋ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਮੈਂ ਕਿਰਨਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਜਿਹੜੇ ਆਪਾਂ ਹੁਣ ਜੋ ਅੱਜ ਕੱਲ੍ਹ ਡਿਸਕਸ਼ਨ ਕਰ ਰਹੇ ਹਾਂ, ਜੋ ਪੁਰਾਣੇ ਕੁਝ ਐਪੀਸੋਡਸ ਵਿੱਚ ਵੀ ਆਪਾਂ ਕੀਤੀ ਆ, ਉਹ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਹੋਈਆਂ ਜੋ ਘਟਨਾਵਾਂ ਨੇ, ਜੋ ਗੁਰੂ ਪਾ ਮਹਾਰਾਜ ਨੇ ਪ੍ਰੈਕਟੀਕਲ ਕਰਕੇ ਸਾਨੂੰ ਕੁਝ ਰੂਲਸ ਦਿੱਤੇ ਨੇ, ਕੁਝ ਸਾਨੂੰ ਸੇਧ ਦਿੱਤੀ ਹੈ, ਜੋ ਅਸੀਂ ਉਹਦੇ ਬਾਰੇ ਗੱਲ ਕਰ ਰਹੇ ਸੀਗੇ। ਔਰ ਉਹਦੇ ਬਾਰੇ ਹੀ ਆਪਾਂ ਜਿਹੜੇ ਅੱਜ ਵੀ ਉਸੇ ਕੜੀ ਦਾ ਇੱਕ ਐਪੀਸੋਡ ਹੈਗਾ ਜਿਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਕੁਝ ਚੀਜ਼ਾਂ ਹੋਰ ਵੀ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਹੈ। ਜਦੋਂ ਆਪਾਂ ਕਿਰਦਾਰ ਦੀ ਗੱਲ ਕਰਦੇ ਹਾਂ, ਖਾਲਸੇ ਦਾ ਕਿਰਦਾਰ ਹੋਵੇ ਜਾਂ ਆਪਾਂ ਕਿਸੇ ਵੀ ਕਿਰਦਾਰ ਦੀ ਗੱਲ ਕਰਦੇ ਹਾਂ, ਤਾਂ ਇੱਕ ਗੱਲ ਸਮਝ ਲੈਣੀ ਬਹੁਤ ਜ਼ਰੂਰੀ ਹੈ ਕਿ ਜੋ ਕਿਰਦਾਰ ਹੁੰਦਾ ਉਹ ਕਦੀ ਵੀ ਬਾਹਰੀ ਭੇਸ 'ਚ ਨਹੀਂ ਹੁੰਦਾ, ਉਹ ਅੰਦਰ ਹੁੰਦਾ ਹੈ। ਕਿਰਦਾਰ ਅੰਦਰੋਂ ਡਿਵੈਲਪ ਹੋਣਾ ਹੁੰਦਾ ਆ, ਔਰ ਉਸ ਤੋਂ ਬਾਅਦ ਜਦੋਂ ਅੰਦਰੋਂ ਡਿਵੈਲਪ ਹੋ ਗਿਆ ਫਿਰ ਉਹ ਬਾਹਰ ਆਪਣੇ ਆਪ ਹੀ ਨਜ਼ਰ ਆਉਣਾ ਹੁੰਦਾ ਹੈ। ਇਹ ਦੋਨੋਂ ਚੀਜ਼ਾਂ ਆਪਸ ਦੇ ਵਿੱਚ ਆਈਸੋਲੇਟਡ ਵੀ ਨੇ ਔਰ ਕਨੈਕਟਡ ਵੀ ਨੇ। ਬੜਾ ਪੈਰਾਡੋਕਸੀਕਲ ਸਟੇਟਮੈਂਟ ਦੇ ਰਹੀ ਹਾਂ ਮੈਂ ਕਿ ਇਹ ਕਨੈਕਟਡ ਆ ਔਰ ਆਈਸੋਲੇਟਡ ਆ। ਕਿੱਦਾਂ? ਜਦੋਂ ਆਪਣੇ ਅੰਦਰ ਕੋਈ ਚੀਜ਼ ਪ੍ਰਫੁੱਲਤ ਹੁੰਦੀ ਹੈ, ਜਦੋਂ ਖਿਲਦੀ ਆ, ਜਿੱਦਾਂ ਆਪਾਂ ਫੁੱਲਾਂ ਦੀ ਗੱਲ ਕਰ ਲਈਏ ਤਾਂ ਫੁੱਲ ਨੂੰ ਸਭ ਤੋਂ ਪਹਿਲਾਂ ਇੱਕ ਬੱਡ ਬਣਨਾ ਜ਼ਰੂਰੀ ਆ, ਔਰ ਉਸ ਤੋਂ ਬਾਅਦ ਉਹ ਬੱਡ ਖਿਲਦੀ ਆ, ਔਰ ਜਦੋਂ ਖਿਲ ਜਾਂਦੀ ਆ ਫਿਰ ਉਹਦੇ ਵਿੱਚ ਜਿਹੜੀ ਉਹਦੀ ਮਹਿਕ ਆ ਉਹ ਆਪਣੇ ਆਪ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਦੇਣ ਦੀ ਲੋੜ ਨਹੀਂ ਪੈਂਦੀ, ਉਹ ਬਾਹਰੋਂ ਦੇਣ ਦੀ ਲੋੜ ਨਹੀਂ ਪੈਂਦੀ। ਪਰ ਜਦੋਂ ਉਹਦੇ 'ਚੋਂ ਮਹਿਕ ਭਰਨੀ ਆ ਨਾ, ਮਹਿਕ ਉਹਦੇ ਅੰਦਰੋਂ ਹੀ ਭਰਨੀ ਆ। ਜਦੋਂ ਉਹ ਮਹਿਕ ਭਰ ਗਈ ਤਾਂ ਫੁੱਲ ਨੇ ਖਿਲਣਾ ਹੀ ਖਿਲਣਾ ਆ। ਸੋ ਬਾਹਰਲੀ ਭੇਸ ਜਿਹੜਾ ਉਹ ਆਪਣੇ ਆਪ ਹੀ ਉਸ ਤਰੀਕੇ ਨਾਲ ਟਰਾਂਸਫਾਰਮ ਹੁੰਦਾ ਜਾਂਦਾ ਹੈ, ਜਿਸ ਤਰੀਕੇ ਨਾਲ ਸਾਡੇ ਅੰਦਰ ਦੇ ਜਿਹੜੇ ਕਰੈਕਟਰਸ ਨੇ ਉਹ ਵੱਡੇ ਹੁੰਦੇ ਆ। ਜਿਵੇਂ ਉਹਨਾਂ ਨੂੰ ਅਗਰ ਆਪਾਂ ਚਿੱਕੜ ਦੀ ਗੱਲ ਕਰ ਲਈਏ, ਹੈ ਨਾ, ਜਾਂ ਗਾਰੇ ਦੀ ਗੱਲ ਕਰ ਲਈਏ, ਤਾਂ ਉਹ ਗਾਰਾ ਪਹਿਲਾਂ ਅੰਦਰੋਂ ਸੜਨਾ ਸ਼ੁਰੂ ਹੁੰਦਾ ਆ, ਫਿਰ ਉਹ ਬਾਹਰ ਮੁਸ਼ਕ ਮਾਰਨਾ ਸ਼ੁਰੂ ਹੁੰਦਾ, ਫਿਰ ਉਹ ਦੇਖਣ ਨੂੰ ਬੁਰਾ ਜਿਹਾ ਲੱਗਣਾ ਸ਼ੁਰੂ ਹੁੰਦਾ। ਅਦਰਵਾਈਜ਼ ਉਹ ਪਹਿਲਾਂ ਚਿੱਕੜ ਵਾਂਗੂ ਹੀ ਲੱਗਦਾ ਆ। ਤੋ ਦੋਨਾਂ ਹੀ ਕੇਸਿਸ ਦੇ ਵਿੱਚ ਫੁੱਲ ਦੀ ਮਹਿਕ ਔਰ ਜਿਹੜਾ ਗਾਰੇ ਦੀ ਬਦਬੂ ਉਹ ਪਹਿਲਾਂ ਅੰਦਰੋਂ ਆਉਂਦੀ ਆ, ਪਰ ਜਦੋਂ ਅੰਦਰ ਭਰ ਜਾਂਦੀ ਆ ਤਾਂ ਉਹ ਆਪਣੇ ਆਪ ਹੀ ਬਾਹਰੋਂ ਨਜ਼ਰ ਵੀ ਆਉਣੀ ਸ਼ੁਰੂ ਹੋ ਜਾਂਦੀ ਆ। ਸਾਨੂੰ ਉਹ ਦੇਖਣ 'ਤੇ ਪਤਾ ਲੱਗ ਜਾਂਦਾ ਕਿ ਆਹ ਚੀਜ਼ ਮੇਰੇ ਸੁੰਘਣ ਦੇ ਕਾਬਲ ਆ ਅਤੇ ਆਹ ਚੀਜ਼ ਮੇਰੇ ਸੁੰਘਣ ਦੇ ਕਾਬਲ ਨਹੀਂ, ਉਹ ਦੇਖਣ 'ਚ ਹੀ ਪਤਾ ਲੱਗ ਜਾਂਦਾ। ਸੋ ਬੇਸਿਕਲੀ ਜੋ ਮੈਂ ਕਹਿਣਾ ਚਾਹ ਰਹੀ ਹਾਂ ਉਹ ਇਹ ਆ ਕਿ ਜਿਹੜੇ ਕਿਰਦਾਰ ਦੀ ਆਪਾਂ ਗੱਲ ਕਰ ਰਹੇ ਹਾਂ, ਜੋ ਆਪਾਂ ਕਿਰਦਾਰੇ ਖਾਲਸਾ ਦੀ ਗੱਲ ਕਰ ਰਹੇ ਹਾਂ, ਜਦੋਂ ਸਾਡੇ ਅੰਦਰ ਇਹ ਸਾਡੀ ਆਤਮਾ ਦੇ ਵਿੱਚ ਇਹ ਕਿਰਦਾਰ ਵਸ ਗਿਆ ਤਾਂ ਬਾਹਰੀ ਭੇਸ ਆਪਣੇ ਆਪ ਹੀ ਉੱਦਾਂ ਦਾ ਹੋ ਜਾਣਾ ਆ। ਬਾਹਰ ਫਿਰ ਸਾਨੂੰ ਦੱਸਣ ਦੀ ਲੋੜ ਨਹੀਂ ਪੈਣੀ ਜਾਂ ਕਹਿਣ ਦੀ ਲੋੜ ਨਹੀਂ ਪੈਣੀ ਕਿ ਬਾਹਰ ਦਾ ਤਾਂ ਜਿਹੜਾ ਉਹ ਤਾਂ ਕੁਛ ਵੀ ਨਹੀਂ ਹੁੰਦਾ ਜੀ, ਜਾਂ ਹੁੰਦਾ ਆ ਜੀ, ਇਹ ਦੱਸਣ ਦੀ ਲੋੜ ਨਹੀਂ ਪੈਣੀ, ਕਿਉਂਕਿ ਜਦੋਂ ਅੰਦਰੋਂ ਸੁਗੰਧ ਪ੍ਰਫੁੱਲਿਤ ਹੋਣੀ ਆ ਤਾਂ ਫੁੱਲ ਨੇ ਖਿਲਣਾ ਹੀ ਖਿਲਣਾ। ਇਹ ਨਿਯਮ ਆ, ਕੁਦਰਤ ਦਾ ਨਿਯਮ ਆ। ਸੋ ਜਿਹੜੇ ਵੀ ਕਿਰਦਾਰ ਦੀ ਆਪਾਂ ਗੱਲ ਕਰਾਂਗੇ, ਹੈ ਨਾ, ਉਹ ਸਭ ਤੋਂ ਪਹਿਲਾਂ ਸਾਡੇ ਅੰਦਰ ਉਪਜੂਗਾ ਔਰ ਉਸ ਤੋਂ ਬਾਅਦ ਉਹ ਬਾਹਰ ਨਜ਼ਰ ਆਊਗਾ। ਉਦੋਂ ਬਾਅਦ ਉਹ ਸਾਡੀਆਂ ਡੀਡਸ ਵਿੱਚ ਨਜ਼ਰ ਆਊਗਾ, ਹੈ ਨਾ। ਆਪਾਂ ਜੇ ਸਿਰਫ ਕਿਰਦਾਰ ਦੀ ਹੀ ਗੱਲ ਕਰੀਏ ਤਾਂ ਗੁਰੂ ਮਹਾਰਾਜ ਕਹਿੰਦੇ ਨੇ, ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ।
ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ। ਹੁਣ ਉਹ ਇਹ ਨਹੀਂ ਕਹਿੰਦੇ ਕਿ ਜਿਹੜੇ ਪਾਪ ਨਾ ਕਰਨ, ਉਹ ਕਹਿੰਦੇ ਜਿਨ੍ਹਾਂ ਦੇ ਅੰਦਰ ਪਾਪ ਉਪਜਦਾ ਹੀ ਨਹੀਂ ਉਹ ਤਨ ਨਿਰਮਲ ਨੇ। ਇਹ ਨਹੀਂ ਕਿ ਮੇਰੇ ਅੰਦਰ ਤਾਂ ਮੈਨੂੰ ਲੱਗਦਾ ਕਿ ਮੈਂ ਫਲਾਣੇ ਦਾ ਜਾ ਕੇ ਨਾ ਉਹਨੂੰ ਮਾਰ ਦਿਆਂ, ਜਾਂ ਮੈਂ ਉਹਦੇ ਕੋਲ ਕੱਪੜੇ ਬਹੁਤ ਸੋਹਣੇ ਆ ਮੈਂ ਉਹਦੇ ਕੋਲੋਂ ਚੁੱਕ ਲਿਆਵਾਂ, ਅੰਦਰ ਮੇਰਾ ਇਹ ਗੱਲਾਂ ਕਹਿ ਰਿਹਾ। ਪਰ ਮੈਂ ਜਿਵੇਂ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਇਡ ਈਗੋ ਸੁਪਰ ਈਗੋ ਦੀ ਗੱਲ ਕੀਤੀ ਸੀਗੀ ਕਿ ਅਦਰਵਾਈਜ਼ ਮੈਂ ਉਹ ਇੱਕ ਮੋਰੈਲਿਟੀ ਦੇ ਵਿੱਚ ਰੁਕ ਕੇ ਮੈਂ ਆਪਣੀਆਂ ਜਿਹੜੀਆਂ ਡੀਡਸ ਆ, ਜੋ ਮੇਰੇ ਕਰਮ ਹੈ, ਮੈਂ ਉਹਨਾਂ ਨੂੰ ਰੋਕ ਤਾਂ ਰਹੀ ਹਾਂ, ਪਰ ਮੇਰਾ ਜਿਹੜਾ ਮਨ ਹੈ ਉਹ ਇਹ ਕਹਿ ਰਿਹਾ ਕਿ ਚੁੱਕ ਲਿਆ। ਤਾਂ ਚਾਹੇ ਉਹ ਇੱਕ ਵਾਰੀ ਮਨ ਨੇ ਕਹਿ ਦਿੱਤਾ ਕਿ ਫਲਾਣਾ ਬੰਦਾ ਤੈਨੂੰ ਚੰਗਾ ਨਹੀਂ ਲੱਗਦਾ, ਮਾਰ ਦੇ ਇਹਨੂੰ, ਤਾਂ ਮੈਂ ਮਾਰ ਦਿਆਂ। ਅਗਰ ਉਹ ਗੱਲਾਂ ਮੇਰੇ ਅੰਦਰ ਆ ਗਈਆਂ ਨਾ ਤਾਂ ਉਹ ਮੇਰਾ ਕਰਮ ਬਣ ਗਿਆ। ਤਾਂ ਗੁਰੂ ਮਹਾਰਾਜ ਸਾਨੂੰ ਹੁਕਮ ਇਹ ਦਿੰਦੇ ਨੇ, ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ, ਕਿ ਉਹਦੇ ਅੰਦਰ ਪਾਪ ਉਪਜਦਾ ਹੀ ਨਹੀਂ ਆ। ਸੋ ਇਹਨੂੰ ਅਗਰ ਆਪਾਂ ਥੋੜ੍ਹਾ ਜਿਹਾ ਹੋਰ ਇਨ ਡੈਪਥ ਵਿੱਚ ਘੋਖੀਏ ਤਾਂ ਸਮਝ ਇਹ ਆਉਂਦੀ ਆ ਕਿ ਇੱਕ ਇੰਗਲਿਸ਼ ਵਿੱਚ ਕਿਹਾ ਜਾਂਦਾ ਕਿ ਕਰੈਕਟਰ ਇਜ਼ ਸਮਥਿੰਗ ਵਾਟ ਯੂ ਡੂ ਵੈਨ ਯੂ ਥਿੰਕ ਨੋਬਡੀ ਇਜ਼ ਵਾਚਿੰਗ ਯੂ। ਕਰੈਕਟਰ ਉਹ ਹੁੰਦਾ ਆ ਜੋ ਆਪਾਂ ਉਹ ਕਰਮ ਜੋ ਉਦੋਂ ਕਰਦੇ ਹਾਂ ਜਦੋਂ ਸਾਨੂੰ ਲੱਗਦਾ ਕਿ ਸਾਨੂੰ ਕੋਈ ਦੇਖ ਨਹੀਂ ਰਿਹਾ, ਜਦੋਂ ਮੈਨੂੰ ਲੱਗਦਾ ਕਿ ਮੈਂ ਇਕੱਲੀ ਹਾਂ, ਮੈਂ ਆਪਣੀ ਮਰਜ਼ੀ ਆ, ਮੈਨੂੰ ਕੋਈ ਨਹੀਂ ਦੇਖ ਰਿਹਾ। ਜਦੋਂ ਤਾਂ ਮੈਨੂੰ ਪਤਾ ਆ ਕਿ ਮੈਨੂੰ ਕੋਈ ਦੇਖ ਰਿਹਾ, ਮੇਰੇ ਉੱਤੇ ਕੋਈ ਮੋਨੀਟਰ ਕਰ ਰਿਹਾ, ਫਿਰ ਤਾਂ ਮੈਂ ਆਪਣੇ ਜਿਹੜੇ ਕਰਮ ਆ ਜਾਂ ਆਪਣੇ ਡੀਡਸ ਜਿਹੜੀਆਂ ਉਹਨਾਂ ਨੂੰ ਥੋੜ੍ਹਾ ਜਿਹਾ ਮੋਲਡ ਕਰੂੰਗੀ, ਕਿਉਂਕਿ ਆਪਾਂ ਸਾਰੇ ਬੈਸਟ ਫੁੱਟ ਫਾਰਵਰਡ ਕਰਦੇ ਹਾਂ। ਅਸੀਂ ਕਦੇ ਵੀ ਇਹ ਨਹੀਂ ਸ਼ੋਅ ਕਰਨਾ ਚਾਹੁੰਦੇ ਕਿ ਮੈਂ ਬੁਰਾ ਹਾਂ, ਹੈ ਨਾ। ਆਪਾਂ ਸਾਰੇ ਇੱਕ ਦੂਸਰੇ ਨੂੰ ਬੜੇ ਪਿਆਰ ਨਾਲ ਮਿਲਦੇ ਵੀ ਹਾਂ, ਪਰ ਸਾਡੇ ਅੰਦਰ ਕੀ ਚੱਲ ਰਿਹਾ ਹੁੰਦਾ ਉਹ ਹੋਰ ਹੁੰਦਾ ਆ। ਇਹਨੂੰ ਆਪਣੇ ਆਪ ਦੇ ਵਿੱਚ ਜਰਾ ਮੰਥਨ ਕਰਕੇ ਆਪਾਂ ਦੇਖੀਏ ਕਿ ਕਿਆ ਜਿਸ ਤਰੀਕੇ ਨਾਲ ਆਪਾਂ ਪ੍ਰਟੈਂਡ ਕਰਦੇ ਹਾਂ ਕਿ ਅਸੀਂ ਅੰਦਰੋਂ ਉਵੇਂ ਦੇ ਹੀ ਹਾਂ। ਜੇ ਤਾਂ ਅਸੀਂ ਉਹ ਅੰਦਰੋਂ ਉਵੇਂ ਦੇ ਹੀ ਹਾਂ ਤਾਂ ਫਿਰ ਅਸੀਂ ਗੁਰੂ ਦੇ ਮਾਰਗ 'ਤੇ ਚੱਲ ਰਹੇ ਹਾਂ। ਜੇ ਅਸੀਂ ਅੰਦਰੋਂ ਅਲੱਗ ਹਾਂ ਪਰ ਪ੍ਰਟੈਂਡ ਅਸੀਂ ਕੁਝ ਹੋਰ ਕਰ ਰਹੇ ਹਾਂ ਤਾਂ ਫਿਰ ਅਸੀਂ ਗੁਰੂ ਦੇ ਮਾਰਗ 'ਤੇ ਨਹੀਂ ਚੱਲ ਰਹੇ, ਕਿਉਂਕਿ ਗੁਰੂ ਪਾਤਸ਼ਾਹ ਨੇ ਸਾਨੂੰ ਡੀਡ ਦੀ ਗੱਲ ਤਾਂ ਬਾਅਦ 'ਚ ਆਉਂਦੀ ਆ, ਕਰਮ ਦੀ ਗੱਲ ਤਾਂ ਬਾਅਦ 'ਚ ਆਉਂਦੀ। ਉਹ ਪਹਿਲਾਂ ਕਹਿੰਦੇ ਕਿ ਤੁਹਾਡੇ ਅੰਦਰ ਹੀ ਪਾਪ ਨਹੀਂ ਉਪਜਣਾ ਚਾਹੀਦਾ, ਤਾਂ ਤੁਸੀਂ ਨਿਰਮਲ ਹੁੰਦੇ ਆ। ਜੇ ਅੰਦਰ ਹੀ ਪਾਪ ਨਹੀਂ ਉਪਜਦਾ ਦੇ, ਔਰ ਅੰਦਰ ਪਾਪ ਨਾ ਉਪਜਣ ਦੇ ਕਰਕੇ ਸਾਨੂੰ ਆਪਣੇ ਆਪ ਨੂੰ ਟ੍ਰੇਨ ਕਰਨਾ ਪਊਗਾ। ਹੁਣ ਜਿਹੜਾ ਇਹ ਹੈ ਨਾ ਕਿ ਜਿਹੜਾ ਅੰਦਰ ਨੂੰ ਟ੍ਰੇਨ ਕਰਨਾ ਸਭ ਤੋਂ ਮੁਸ਼ਕਿਲ ਪਾਰਟ ਉਹੀ ਆ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਜਦੋਂ ਫੁੱਲ ਨੇ ਉੱਗਣਾ ਨਾ, ਫੁੱਲ ਦੀ ਇੱਕ ਬਡ ਆ, ਬਡ ਤੋਂ ਬਾਅਦ ਜਦੋਂ ਉਹਨੇ ਖਿਲਣਾ ਆ, ਤਾਂ ਜਦੋਂ ਉਹਦੇ ਅੰਦਰ ਸੁਗੰਧ ਪੈਦਾ ਹੋ ਗਈ ਉਹਨੇ ਆਪਣੇ ਆਪ ਖਿਲ ਜਾਣਾ ਆ। ਜਦੋਂ ਉਹਦੇ ਅੰਦਰ ਉਹ ਇੱਕ ਰਸ ਪੈਦਾ ਹੋ ਗਿਆ ਉਹਨੇ ਖਿਲ ਜਾਣਾ ਵਾ। ਉਹਦੀ ਜਿਹੜੀ ਬਾਹਰੀ ਉਹਦੀ ਰੂਪ ਹੈਗਾ ਉਹ ਆਪਣੇ ਆਪ ਬਣ ਜਾਣਾ। ਤਾਂ ਉਹਦੇ ਉੱਤੇ ਇੰਨਾ ਕੋਈ ਮਿਹਨਤ ਕਰਨ ਦੀ ਲੋੜ ਨਹੀਂ। ਪਰ ਉਸ ਅੰਦਰ ਜਿਹੜੀ ਉਹਦੇ ਅੰਦਰ ਉਹ ਫੁੱਲ ਦੇ ਅੰਦਰ ਜਿਹੜੀ ਉਹ ਇੱਕ ਮਹਿਕ ਬਣਨੀ ਹੈ ਨਾ, ਸਾਰੀ ਮਿਹਨਤ ਉਸੇ ਦੀ ਆ। ਔਰ ਇਹੀ ਕਾਰਨ ਆ ਕਿ ਪਹਿਲੇ ਪਾਤਸ਼ਾਹੀ ਤੋਂ ਲੈ ਕੇ 9ਵੇਂ ਪਾਤਸ਼ਾਹੀ ਤੱਕ ਸਾਡਾ ਜਿਹੜਾ ਕਿਰਦਾਰ ਆ ਉਹ ਡਿਵੈਲਪ ਕੀਤਾ ਗਿਆ। ਔਰ ਫਿਰ ਜਦੋਂ ਉਸ ਕਿਰਦਾਰ ਦਾ ਇੱਕ ਵਾਰੀ ਪਰਖ ਹੋ ਗਈ, ਜਦੋਂ ਵਿਸਾਖੀ ਦੇ ਉੱਤੇ ਸਾਡੇ ਕੋਲ 5 ਸਿਰ ਮੰਗ ਲਏ ਗਏ, ਗੁਰੂ ਮਹਾਰਾਜ ਨੇ ਸਾਨੂੰ ਹੁਕਮ ਦੇ ਦਿੱਤਾ ਕਿ 5 ਸਿਰ ਆ ਜਾਣ, ਤਾਂ ਉਹ 5 ਸਿਰ ਦਰਅਸਲ ਸਾਡਾ ਟੈਸਟ ਸੀ ਕਿ ਤੁਸੀਂ ਕਿੰਨੇ ਕੁ ਤੁਹਾਡਾ ਕਿਰਦਾਰ ਡਿਵੈਲਪ ਹੋਇਆ। ਹੁਣ ਉਹ ਕਿਰਦਾਰ ਡਿਵੈਲਪ ਹੋ ਗਿਆ ਤਾਂ ਉਹਨਾਂ ਨੇ ਫਿਰ ਫਾਈਨਲੀ ਮੋਹਰ ਲਾ ਦਿੱਤੀ ਬਾਣੇ ਦੇ ਨਾਲ। ਸੋ ਇਹ ਜਿਹੜਾ ਇਹਨੂੰ ਆਪਾਂ ਸਮਝ ਇੱਦਾਂ ਲਈਏ ਕਿ ਇਹ ਕਿੰਨਾ ਇੰਪੋਰਟੈਂਟ ਹੋਊਗਾ ਔਰ ਕਿੰਨਾ ਮੁਸ਼ਕਿਲ ਹੋਊਗਾ ਕਿ 9 ਗੁਰੂ ਸਾਹਿਬਾਨ ਦੀ ਬਕਾਇਦਾ ਪ੍ਰੈਕਟੀਕਲ ਲਾਈਫ ਲੱਗੀ ਸਾਡਾ ਕਿਰਦਾਰ ਡਿਵੈਲਪ ਕਰਨ ਦੇ ਵਿੱਚ। ਔਰ ਇਹਦੇ ਉੱਤੇ ਹੀ ਅਸੀਂ ਸਾਰਾ ਕੁਝ ਕਰਨਾ ਆ। ਸਾਡਾ ਜਿਹੜਾ ਕੰਮ ਆ ਉਹ ਵੀ ਇਹਦੇ ਉੱਤੇ ਹੀ ਆ। ਸੋ ਕਿਛ ਕਰ ਜਿਤ ਮੈਲ ਨਾ ਲਾਗੇ, ਗੁਰੂ ਮਹਾਰਾਜ ਕਹਿੰਦੇ ਨੇ ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਹੁਣ ਕੀ ਕਰਨਾ ਆ, ਕਿਵੇਂ ਕਰਨਾ ਆ ਕਿ ਮੈਲ ਨਾ ਲੱਗੇ? ਇਹ ਮੈਲ ਕੀ ਆ? ਇਹ ਸਾਰੇ ਕੁਛ ਨੂੰ ਜਦੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ ਤਾਂ ਸਾਨੂੰ ਬੜਾ ਇਨ ਡੈਪਥ ਜਾਣਾ ਪਊਗਾ ਕਿ ਗੁਰੂ ਪਾਤਸ਼ਾਹ ਕਹਿ ਕੀ ਰਹੇ ਆ। ਹੁਣ ਜਦੋਂ ਆਪਾਂ ਇਹੋ ਜਿਹੇ ਕਰਮਾਂ ਬਾਰੇ ਸਮਝਣਾ ਸ਼ੁਰੂ ਕਰਾਂਗੇ ਜਾਂ ਉਹ ਕਰਾਂਗੇ ਕਿ ਐਸਾ ਕੀ ਕਰਾਂ ਜਿਹੜਾ ਜੋ ਮੈਲ ਨਾ ਲੱਗੇ, ਆਪਾਂ ਇਹਨੂੰ ਬੜਾ ਇੱਕ ਕਰੂਡ ਲੈਂਗੁਏਜ ਵਿੱਚ ਸਮਝੀਏ, ਆਪਾਂ ਅਧਿਆਤਮ ਦੀ ਲੈਂਗੁਏਜ ਵਿੱਚ ਨਾ ਸਮਝੀਏ ਤਾਂ ਇਹਨੂੰ ਸਿੰਪਲ ਲੈਂਗੁਏਜ ਵਿੱਚ ਸਮਝੀਏ ਤਾਂ ਐਸਾ ਕੀ ਆ ਜਿਸ ਕਰਮ ਦੇ ਨਾਲ ਕੋਈ ਮੈਨੂੰ ਮੈਲ ਨਾ ਲੱਗੇ? ਕਿਹੜੀ ਮੈਲ ਦੀ ਗੱਲ ਹੋ ਰਹੀ ਆ? ਇਹ ਸਾਰਾ ਕੁਝ ਸਮਝਣ ਵਾਸਤੇ ਸਾਨੂੰ ਗੁਰੂ ਪਾਤਸ਼ਾਹ ਨੇ ਜੋ ਰੂਲਸ ਦਿੱਤੇ ਆ, ਜੋ ਧਰਮ ਦਾ ਉਹਨਾਂ ਨੇ ਮਾਰਗ ਪ੍ਰਸ਼ਸਤ ਕੀਤਾ ਆ ਸਾਡੇ ਵਾਸਤੇ, ਜੋ ਉਹਨਾਂ ਨੇ ਇੱਕ ਸਾਨੂੰ ਮਾਰਗ ਬਣਾ ਕੇ ਦਿੱਤਾ, ਉਹਦੇ ਕੁਝ ਰੂਲ ਨਿਰਧਾਰਿਤ ਕੀਤੇ। ਉਹ ਰੂਲ ਕੀ ਨੇ ਸਾਨੂੰ ਉਹ ਸਮਝਣੇ ਬਹੁਤ ਜ਼ਰੂਰੀ ਆ। ਔਰ ਆਪਾਂ ਪਿਛਲੇ ਕੁਝ ਐਪੀਸੋਡਸ ਤੋਂ ਉਹਨਾਂ ਗੁਰੂ ਮਹਾਰਾਜ ਦੀ ਜੀਵਨ ਕਾਲ ਦੇ ਵਿੱਚੋਂ ਅਸੀਂ 2 ਉਦਾਹਰਨਾਂ ਲਈਆਂ, 2 ਇਵੈਂਟ ਲਏ ਨੇ, ਔਰ ਉਹਨਾਂ ਇਵੈਂਟ ਦੇ ਬੇਸ ਦੇ ਉੱਪਰ ਹੀ ਆਪਾਂ ਜਿਹੜੇ ਆ ਨਾ ਉਹ ਸਾਈਨ ਪੋਸਟਿੰਗ ਕਰਦੇ ਆ ਰਹੇ ਹਾਂ ਕਿ ਆਹ ਇਵੈਂਟ ਦੇ ਨਾਲ ਉਹਨਾਂ ਨੇ ਸਾਨੂੰ ਆਹ ਰੂਲ ਦਿੱਤਾ, ਇਹਦੇ ਨਾਲ ਇਹ ਰੂਲ ਦਿੱਤਾ। ਅਸੀਂ ਗੱਲ ਕੀਤੀ ਆ ਵਿਵੇਕ ਦੀ
ਕਿ ਵਿਵੇਕੀ ਹੋ ਕੇ ਕਿਸ ਤਰੀਕੇ ਨਾਲ ਅਸੀਂ ਹਮੇਸ਼ਾ ਆਪਣੇ ਆਪ ਨੂੰ ਨਿਰੰਤਰ ਸੈਲਫ ਇੰਟਰੋਸਪੈਕਸ਼ਨ ਦੇ ਵਿੱਚ ਰਹਿਣਾ ਹੈ। ਅਸੀਂ ਹਰ ਵਾਰੀ ਆਪਣੇ ਆਪ ਨੂੰ ਘੋਖਦੇ ਰਹਿਣਾ ਕਿ ਕਿਆ ਮੈਂ ਆਪਣੇ ਗੁਰੂ ਦੇ ਹੁਕਮ ਦੇ ਅਨੁਸਾਰ ਚੱਲ ਰਹੀ ਹਾਂ, ਕਿਆ ਮੈਂ ਆਪਣੇ ਗੁਰੂ ਦੇ ਹੁਕਮ ਅਨੁਸਾਰ ਚੱਲ ਰਿਹਾ ਹਾਂ, ਜਾਂ ਮੈਂ ਕਿੱਥੇ ਗੜਬੜ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ, ਮੈਂ ਕਿੱਥੇ ਜਾ ਕੇ ਗਲਤ ਹੋ ਰਿਹਾ, ਕਿੱਥੇ ਮੈਂ ਆਪਣੇ ਗੁਰੂ ਮਹਾਰਾਜ ਦੇ ਜਿਹੜੇ ਦੱਸੇ ਹੋਏ ਰੂਲ ਆ ਉਹਨਾਂ ਤੋਂ ਭਟਕ ਗਿਆ ਜਾਂ ਭਟਕ ਗਈ। ਇਹ ਸਾਨੂੰ ਸਿਰਫ ਆਪਣੀ ਵਿਵੇਕ ਬੁੱਧੀ ਤੋਂ ਮੱਤ ਲੈ ਕੇ ਸਾਨੂੰ ਅੱਗੇ ਚੱਲਦੇ ਜਾਣਾ। ਅਗਲੀ ਗੱਲ ਜਿਹੜਾ ਆਪਾਂ ਰੂਲ ਡਿਸਕਸ ਕੀਤਾ ਸੀਗਾ ਉਹ ਸੀਗਾ ਕਿ ਕਿਸੇ ਤਰ੍ਹਾਂ ਦੇ ਵੀ ਨਾ ਜੈਂਡਰ ਦੇ ਬੇਸ ਦੇ ਉੱਤੇ, ਨਾ ਕਾਸਟ, ਨਾ ਕਲਰ, ਨਾ ਕ੍ਰੀਡ, ਨਾ ਨੈਸ਼ਨੈਲਿਟੀ, ਨਾ ਰਿਲੀਜਨ, ਕਿਸੇ ਬੇਸ ਦੇ ਉੱਪਰ ਵੀ ਇੱਕ ਸਿੱਖ ਲਈ ਜਿਹੜਾ ਭੇਦਭਾਵ ਹੈ ਉਹ ਵਰਜਿਤ ਹੈ। ਸਿੱਖ ਨੂੰ ਹੁਕਮ ਹੈ ਕਿ ਉਹ ਭੇਦਭਾਵ ਕਰ ਹੀ ਨਹੀਂ ਸਕਦਾ। ਸਾਡੇ ਗੁਰੂ ਨੇ ਇਹ ਸਾਨੂੰ ਨਿਯਮ ਦਿੱਤਾ। ਉਸ ਤੋਂ ਅਗਲੀ ਜਿਹੜੀ ਆਪਾਂ ਗੱਲ ਕੀਤੀ ਸੀ ਉਹ ਸੀਗੀ ਦਇਆ। ਹੁਣ ਅਗਰ ਆਪਾਂ ਇਹ ਸਾਰਾ ਧਿਆਨ ਨਾਲ ਦੇਖੀਏ ਨਾ ਤਾਂ ਇਹ ਸਾਰੀਆਂ ਇਨਟੈਂਜੀਬਲ ਕਰੈਕਟਰ ਸਕੈਚ ਨੇ। ਇਹਨਾਂ ਵਿੱਚੋਂ ਕੋਈ ਵੀ ਐਸਾ ਨਹੀਂ ਕਿ ਜਿਹੜਾ ਮੈਂ ਦਿਖਾ ਸਕਦੀ ਹਾਂ। ਮੇਰੇ ਅੰਦਰ ਵਿਵੇਕ ਹੈ ਕਿ ਨਹੀਂ ਹੈ ਉਹ ਮੈਂ ਦਿਖਾ ਨਹੀਂ ਸਕਦੀ। ਨਾ ਤੁਸੀਂ ਮੈਨੂੰ ਦਿਖਾ ਸਕਦੇ ਹੋ, ਨਾ ਮੈਂ ਤੁਹਾਨੂੰ ਦਿਖਾ ਸਕਦੀ ਹਾਂ। ਮੇਰੇ ਅੰਦਰ ਦਇਆ ਹੈ ਜਾਂ ਨਹੀਂ ਹੈ ਉਹ ਆਪਾਂ ਇੱਕ ਦੂਸਰੇ ਨੂੰ ਦਿਖਾ ਨਹੀਂ ਸਕਦੇ। ਹਾਂ, ਸਾਡੀਆਂ ਡੀਡਸ ਦੇ ਨਾਲ, ਉਹ ਜਿੱਦਾਂ ਫੁੱਲ ਖਿਲਣ ਦੀ ਗੱਲ ਹੈ ਨਾ, ਜਦੋਂ ਅਸੀਂ ਸਾਡੇ ਅੰਦਰ ਉਹ ਚੀਜ਼ ਪ੍ਰਫੁੱਲਤ ਹੋਊਗੀ, ਜਦੋਂ ਅਸੀਂ ਅੰਦਰੋਂ ਦਇਆ ਸਾਡੇ ਅੰਦਰੋਂ ਉਮੜ ਕੇ ਆਊਗੀ, ਸਾਡੇ ਅੰਦਰੋਂ ਵਿਵੇਕ ਆਊਗਾ, ਤਾਂ ਉਹ ਆਪਣੇ ਆਪ ਨਜ਼ਰ ਆਉਣਾ ਸ਼ੁਰੂ ਹੋ ਜਾਊਗਾ। ਹੁਣ ਇਹ ਇਨਟੈਂਜਿਬਿਲਿਟੀ ਜਿਹੜੀ ਹੈ ਨਾ, ਇਹ ਇਨਟੈਂਜੀਬਲ ਕਰੈਕਟਰ ਸਕੈਚ ਜਿਹੜੇ ਆ, ਇਹਨਾਂ ਨੂੰ ਹੀ ਅਪਣਾਉਣਾ ਜਿਹੜਾ ਹੈ ਉਹਦੇ ਵਾਸਤੇ ਸਾਨੂੰ ਗੁਰੂ ਮਹਾਰਾਜ ਦੇ ਦਿੱਤੇ ਹੋਏ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਆ। ਅਗਲੀ ਗੱਲ ਜਿਹੜੀ ਪਾਤਸ਼ਾਹ ਸਾਨੂੰ ਦੱਸਦੇ ਨੇ ਉਸੇ ਹੀ ਜਨੇਊ ਪਾਉਣ ਵਾਲੀ ਵਿਧੀ ਦੇ ਵਿੱਚੋਂ ਜੋ ਆਉਂਦੀ ਆ, ਉਹ ਆਉਂਦੀ ਹੈ ਜਤ ਅਤੇ ਸੱਤ। ਸੰਤੋਖ ਹੋ ਗਿਆ, ਦਇਆ ਹੋ ਗਈ, ਜਤ, ਸੱਤ। ਹੁਣ ਇਹ ਸਾਰੀਆਂ ਹੀ ਜਿਹੜੇ ਇਨਟੈਂਜੀਬਲ ਕਰੈਕਟਰ ਸਕੈਚ ਹੈ ਨਾ, ਸਾਰਿਆਂ ਨੂੰ ਆਪਾਂ ਇੱਕ ਲੜੀ ਦੇ ਵਿੱਚ ਅੱਜ ਵੇਖਣਾ ਆ ਕਿ ਲੜੀ ਦੇ ਵਿੱਚ ਕਿੱਦਾਂ ਆ ਰਹੇ ਆ। ਆਪਾਂ ਜਤ ਸੱਤ ਦੀ ਪਹਿਲਾਂ ਗੱਲ ਕਰ ਲਈਏ। ਹੁਣ ਜਤ ਨੂੰ ਬਹੁਤਾਤ ਵਿੱਚ ਲੋਕ ਜਿਹੜੇ ਨੇ ਉਹ ਮੋਡੈਸਟੀ ਜਾਂ ਚੈਸਟਿਟੀ ਦੇ ਨਾਲ ਸੰਬੋਧਨ ਕਰਦੇ ਆ ਕਿ ਜਤ ਦਾ ਮਤਲਬ ਕੀ ਹੈ। ਇਟ ਇਜ਼ ਸਮਥਿੰਗ ਜਿਹਨੂੰ ਪਰ ਟਰਾਂਸਲੇਟ ਕਰਦੇ ਹਾਂ ਤਾਂ ਮੋਡੈਸਟੀ ਹੈ ਜਾਂ ਇਹ ਚੈਸਟਿਟੀ ਹੈ। ਔਰ ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕੀ ਕਿ ਹਰ ਇੱਕ ਅੱਖਰ ਟਰਾਂਸਲੇਟੇਬਲ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ। ਪਰ ਆਪਾਂ ਗਲਤੀ ਕਿੱਥੇ ਕਰਦੇ ਹਾਂ ਕਿ ਆਪਾਂ ਟਰਾਂਸਲੇਟ ਕਰ ਲੈਂਦੇ ਹਾਂ, ਆਪਾਂ ਉਹਨੂੰ ਇੱਕ ਟਰਾਂਸਲੇਸ਼ਨ ਦੇ ਵਿੱਚ ਸਮਝਦੇ ਹਾਂ। ਅਸੀਂ ਸਮਝਦੇ ਹਾਂ ਜੋ ਉਹ ਇੰਗਲਿਸ਼ ਦੇ ਵਿੱਚ ਜੋ ਟਰਾਂਸਲੇਸ਼ਨ ਸਾਡੇ ਕੋਲ ਆਈ, ਅਸੀਂ ਉਸੇ ਨੂੰ ਹੀ ਉਹਦਾ ਇੱਕ ਆਧਾਰ ਮੰਨ ਕੇ ਬੈਠ ਜਾਂਦੇ ਹਾਂ। ਹੁਣ ਜਤ ਦਾ ਮਤਲਬ ਅਗਰ ਮੋਡੈਸਟੀ ਜਾਂ ਚੈਸਟਿਟੀ ਹੋਊਗਾ ਤਾਂ ਉਹ ਇੱਕ ਬੜਾ ਸੁਕੜਿਆ ਹੋਇਆ ਜਾਂ ਇੱਕ ਬੜਾ ਨੈਰੋ ਡਾਊਨ ਰੂਪ ਆ ਜਤ ਦਾ। ਉਹ ਕਿਉਂ? ਕਿਉਂਕਿ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਨੇ, ਜਤੀ ਸਤੀ ਸੰਤੋਖੀਆ, ਜਤ ਸਤ ਜੁਗਤ ਸੰਤੋਖ ਨਾ ਜਾਤੀ, ਸਿੱਧ ਨਾਥ ਬਹੁ ਪੰਥ ਕਰ, ਹਉਮੈ ਵਿੱਚ ਕਰਮ ਕਮਾਤੀ। ਉਹ ਕਹਿੰਦੇ ਕਿ ਜਤੀ ਸਤੀ ਸੰਤੋਖੀ ਆ, ਜਤੀ ਵੀ ਆ, ਸਤੀ ਵੀ ਆ, ਸੰਤੋਖੀ ਵੀ ਲੋਕ ਨੇ, ਪਰ ਉਹ ਉਸ ਹਰ ਤਰੀਕੇ ਦੇ ਨਾਲ ਜਤ ਸਤ ਪਗਾਉਂਦੇ ਆ, ਪਰ ਉਹ ਜਤੀ ਹੁੰਦੇ ਨਹੀਂ। ਕਿਉਂ? ਕਿਉਂਕਿ ਅਗਲੀ ਲਾਈਨ ਦੇ ਵਿੱਚ ਉਹ ਦੱਸ ਦਿੰਦੇ ਨੇ, ਸਿੱਧ ਨਾਥ ਬਹੁ ਪੰਥ ਕਰ, ਹਉਮੈ ਵਿੱਚ ਕਰਮ ਕਮਾਤੀ। ਕਿਉਂਕਿ ਜਿਹੜੇ ਉਹ ਕਰਮ ਨੇ ਉਹ ਹਉਮੈ ਦੇ ਵਿੱਚ ਕਮਾ ਰਹੇ ਨੇ। ਉਹ ਬੇਸ਼ੱਕ ਉਹਨਾਂ ਨੇ, ਕਿਉਂਕਿ ਉਹਨਾਂ ਦੇ ਅੰਦਰ ਇਹ ਨਹੀਂ ਉਪਜਿਆ ਨਾ, ਉਹਨਾਂ ਨੇ ਬਾਹਰੋਂ ਰੂਪ ਬਣਾ ਲਿਆ, ਬਾਹਰੋਂ ਉਹਨਾਂ ਨੇ ਆਪਣੇ ਆਪ ਨੂੰ ਰਿਸਟ੍ਰਿਕਟ ਕਰ ਲਿਆ। ਉਹਨਾਂ ਨੇ ਜਤੀ ਹੋ ਕੇ, ਸਤੀ ਹੋ ਕੇ ਉਹਨਾਂ ਨੇ ਆਪਣੇ ਆਪ ਨੂੰ ਸੰਤੋਖੀ ਹੋਣ ਦਾ ਇੱਕ ਰੂਪ ਬਣਾ ਲਿਆ। ਬਾਹਰੋਂ ਉਹਨਾਂ ਨੇ ਦਿਖਾਉਣਾ ਸ਼ੁਰੂ ਕਰਤਾ ਕਿ ਮੈਂ ਹਾਂ ਡੀਡਸ ਦੇ ਵਿੱਚੋਂ, ਪਰ ਉਹਨਾਂ ਦੇ ਅੰਦਰੋਂ ਉਹ ਉਪਜਿਆ ਨਹੀਂ ਸੀ। ਔਰ ਕਿਉਂਕਿ ਉਹ ਅੰਦਰੋਂ ਨਹੀਂ ਉਪਜਿਆ ਅਤੇ ਇਸ ਕਰਕੇ ਫਿਰ ਜਿਹੜੇ ਬਨੌਟੀ ਫੁੱਲ ਹੁੰਦੇ ਹਨ ਉੱਤੇ ਬਾਹਰੋਂ ਆਪਾਂ ਅਗਰ ਸਪਰੇਅ ਮਾਰ ਕੇ ਖੁਸ਼ਬੂ ਪੈਦਾ ਕਰ ਵੀ ਦਈਏ ਤਾਂ ਕੁਝ ਸਮੇਂ ਬਾਅਦ ਉਹ ਫੇਡ ਆਊਟ ਹੋ ਜਾਂਦੀ ਆ, ਕਿਉਂਕਿ ਉਹ ਅੰਦਰੋਂ ਨਹੀਂ ਹੋਈ ਸੀ। ਔਰ ਜਿਹੜਾ ਫੁੱਲ ਹੈ, ਚਾਹੇ ਉਹਦੀ ਜ਼ਿੰਦਗੀ ਬਹੁਤ ਘੱਟ ਹੋਊਗੀ, ਉਹਦੀ ਬਾਹਰੀ ਰੂਪ ਦੀ ਜ਼ਿੰਦਗੀ ਬਹੁਤ ਘੱਟ ਹੋਊਗੀ, ਉਹ ਜਲਦੀ ਝੜ ਜਾਂਦਾ ਆ, ਪਰ ਜਿੰਨਾ ਚਿਰ ਵੀ ਰਹਿੰਦਾ ਉਹ ਖੁਸ਼ਬੂਦਾਰ ਰਹਿੰਦਾ। ਇਸੇ ਤਰੀਕੇ ਨਾਲ ਉਹ ਜਦੋਂ ਤੱਕ ਉਹ ਤੁਹਾਡੇ ਅੰਦਰੋਂ ਨਹੀਂ ਆਉਂਦਾ ਉਦੋਂ ਤੱਕ ਉਹ ਜਿਹੜਾ ਰੂਪ ਹੈ ਉਹ ਬਾਹਰ ਦਾ ਹੀ ਰਹੂਗਾ। ਔਰ ਕਿਉਂ ਨਹੀਂ ਆਉਂਦਾ? ਕਿਉਂਕਿ ਅੰਦਰ ਜਦੋਂ ਬਾਹਰ ਦਾ ਰੂਪ ਵਧੀਆ ਬਣ ਗਿਆ ਨਾ, ਲੋਕਾਂ ਨੇ ਜੈ ਜੈਕਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਵਾਹ ਜੀ ਕਿੱਡਾ ਜਤੀ ਬੰਦਾ ਹੈ, ਕਿੱਡਾ ਸਤੀ ਬੰਦਾ ਹੈ, ਕਿੰਨਾ ਸੰਤੋਖੀ ਬੰਦਾ ਹੈ। ਤਾਂ ਫਿਰ ਉਹ ਜਿਹੜੀ ਅੰਦਰਲੇ ਪਾਸੇ ਸਾਡੇ ਜਿਹੜਾ ਅੰਦਰ ਹੈ ਉੱਥੇ ਇੱਕ ਹਉਮੈ, ਆਪਣਾ ਇੱਕ ਵਿਕਾਰ ਜਿਹੜਾ ਆ ਉਹ ਜਨਮ ਲੈ ਲੈਂਦਾ ਹੈ। ਵਿਕਾਰ ਕੀ ਆ? ਹਉਮੈ ਦਾ ਵਿਕਾਰ ਆ। ਸਾਨੂੰ ਆਪਣੇ ਆਪ ਦੇ ਵਿੱਚ ਹੀ ਉਹ ਮੈਂ ਜਿਹੜੀ ਆ ਉਹ ਵੱਡੀ ਹੋ ਜਾਂਦੀ, ਮੈਂ ਪ੍ਰਧਾਨ ਹੋ ਜਾਂਦੀ ਆ। ਸੋ ਹੁਣ ਉਹ ਕਿਉਂ ਹੁੰਦੀ ਆ? ਅਗਲਾ ਸਵਾਲ ਇਹ ਕਿ ਇਹ ਕਿਉਂ ਜਿਹੜੇ ਜਤੀ ਸਤੀ, ਜੇ ਆਪਣੇ ਆਪ ਹੀ ਗੁਰੂ ਮਹਾਰਾਜ ਕਹਿੰਦੇ ਨੇ ਜਤ ਗੰਢੀ ਸਤ ਵੱਠ
है ना, जनेऊ दियां ਇਹ ਪ੍ਰੋਪਰ ਸਾਨੂੰ ਕਰੈਕਟ ਸਕੈਚ ਦਿੰਦੇ ਨੇ ਕਿ ਜੇ ਇਹੋ ਜਿਹਾ ਜੇ ਤੇਰੇ ਕੋਲ ਜਨੇਊ ਹੈਗਾ ਆ ਤਾਂ ਮੈਨੂੰ ਦੇ, ਮੈਂ ਪਾ ਲੈਣਾ ਆ। ਜੇ ਗੁਰੂ ਮਹਾਰਾਜ ਸਾਨੂੰ ਆਪ ਹੀ ਕਹਿੰਦੇ, ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਜਤੀ ਸਤੀ ਹੋ ਕੇ ਵੀ ਜਤੀ ਸਤੀ ਨਹੀਂ ਹੋਇਆ ਜਾ ਸਕਦਾ। ਕਿਉਂ, ਕੀ ਕਾਰਨ ਹੈ? ਤਾਂ ਗੁਰੂ ਮਹਾਰਾਜ ਦੱਸਦੇ ਨੇ, ਤਪਸੀ ਕਰਕੇ ਦੇਹੀ ਸਾਧੀ ਮਨੁਆ ਦਹਿ ਦਿਸਤਾਨਾ, ਕਿ ਤਪ ਕਰਕੇ ਦੇਹ ਸਾਧ ਲਈ, ਆਪਾਂ ਦੇਹ ਬਾਹਰੋਂ ਦੇਹ ਸਾਧ ਲਈ, ਕਿਉਂਕਿ ਜਦੋਂ ਇੱਕ ਪਰਟੀਕੂਲਰ ਹੈਬਿਟ ਦੇ ਵਿੱਚ ਆਪਾਂ ਹੋ ਜਾਂਦੇ ਹਾਂ ਤਾਂ ਡੈਫੀਨੇਟਲੀ ਉਹ ਸਾਧਿਆ ਜਾਣਾ ਆ, ਹੈ ਨਾ, ਉਹ ਚੀਜ਼ ਹੋ ਜਾਣੀ ਆ। ਅਗਰ ਆਪਾਂ ਮੰਨ ਲਓ ਕੋਈ ਡਾਕਟਰ ਹੈ, ਉਹਦਾ ਰੋਜ਼ ਦਾ ਹੀ ਕੰਮ ਆ ਕਿ ਉਹਨੇ ਟਰਾਂਸਪਲਾਂਟ ਸਰਜਰੀ ਕਰਨੀ ਤਾਂ ਉਹ ਤਾਂ ਅੱਖਾਂ ਬੰਦ ਕਰਕੇ ਵੀ ਕਰ ਸਕਦਾ ਨਾ ਡੋਂਟ ਟੇਕ ਇਟ ਕਿ ਇੱਦਾਂ ਹੀ ਵਾਕਈ ਅੱਖਾਂ ਬੰਦ ਕਰਕੇ ਕਰ ਲੂਗਾ, ਬਟ ਸਟਿਲ ਮਤਲਬ ਉਹਦੀ ਇੰਨੀ ਪ੍ਰੈਕਟਿਸ ਹੋ ਜਾਣੀ ਆ। ਇਸੇ ਤਰੀਕੇ ਨਾਲ ਜਦੋਂ ਜਿਹੜਾ ਤਪ ਕਰ ਰਿਹਾ ਆ, ਉਹਨੇ ਆਪਣੇ ਆਪ ਉਹਨੇ ਤਪ ਕਰਕੇ ਇੱਕ ਐਸੇ ਲੈਵਲ ਨੂੰ ਅਚੀਵ ਕਰ ਲਿਆ ਕਿ ਉਹਨੇ ਦੇਹ ਨੂੰ ਸਾਧ ਲਿਆ। ਉਹ ਭੁੱਖਾ ਵੀ ਰਹਿ ਸਕਦਾ, ਉਹ ਉਲਟਾ ਲਟਕਿਆ ਹੋਇਆ ਵੀ ਰਹਿ ਸਕਦਾ, ਕਿਉਂਕਿ ਉਹਨੇ ਦੇਹ ਨੂੰ ਸਾਧ ਲਿਆ, ਉਹਨੇ ਦੇਹ ਨੂੰ ਡਿਸਿਪਲਿਨ ਕਰ ਲਿਆ। ਪਰ ਜਿਹੜਾ ਮਨ ਹੈ ਉਹ 10 ਦਿਸ਼ਾਵਾਂ ਦੇ ਵਿੱਚ ਭਟਕਦਾ ਫਿਰ ਰਿਹਾ। ਅਗਲੀ ਗੱਲ, ਬ੍ਰਹਮਚਰਜ ਕੀਨਾ ਹਿਰਦੇ ਭਇਆ ਗੁਮਾਨਾ, ਕਿ ਉਹੀ ਜੱਤ ਵਾਲੀ ਗੱਲ ਆ ਗਈ ਕਿ ਬ੍ਰਹਮਚਾਰੀ ਹੋ ਗਿਆ, ਪਰ ਹਿਰਦੇ ਦੇ ਵਿੱਚ, ਦਿਲ ਦੇ ਅੰਦਰ ਉਹ ਗੁਮਾਨ ਆ ਗਿਆ, ਉਹ ਈਗੋ ਆ ਗਈ, ਹੈ ਨਾ, ਕਿ ਮੇਰੇ ਤੋਂ ਵੱਡਾ ਤੇ ਬ੍ਰਹਮਚਾਰੀ ਕੋਈ ਨਹੀਂ, ਮੇਰੇ ਤੋਂ ਵੱਡਾ ਤੇ ਜਤੀ ਕੋਈ ਨਹੀਂ। ਸੰਨਿਆਸੀ ਹੋਏ ਕਿ ਤੀਰਥ ਪਰਮਿਓ ਉਸਮੇ ਕ੍ਰੋਧ ਬਿਗਾਨਾ, ਕਿ ਸੰਨਿਆਸੀ ਹੋ ਕੇ ਤੀਰਥ ਘੁੰਮ ਲਏ, ਹਰ ਜਗ੍ਹਾ 'ਤੇ ਘੁੰਮ ਲਏ, ਪਰ ਕ੍ਰੋਧ ਅੰਦਰ ਜਿਹੜਾ ਆ ਉਹ ਆਪਣੇ ਆਪ ਹੀ ਉਪਜਦਾ ਗਿਆ। ਸੋ ਬੇਸਿਕਲੀ ਕਿਹਾ ਕੀ ਜਾ ਰਿਹਾ, ਗੁਰੂ ਮਹਾਰਾਜ ਸਾਨੂੰ ਕਹਿ ਕੀ ਰਹੇ ਆ ਕਿ ਬਾਹਰੋਂ ਜੋ ਤੁਸੀਂ ਕਰਦੇ ਆ, ਔਰ ਕੋਈ ਵੀ ਆਪਾਂ ਕੰਮ ਕਰਦੇ ਆ ਨਾ, ਉਹ ਕਦੀ ਵੀ ਨਿਫਲ ਨਹੀਂ ਹੁੰਦਾ। ਕੋਈ ਵੀ ਐਸਾ ਕੰਮ, ਕੋਈ ਵੀ ਐਸਾ ਟਾਸਕ ਜੋ ਆਪਾਂ ਇੱਕ ਵਾਰੀ ਸਹੇੜ ਲਈਏ ਔਰ ਆਪਾਂ ਇਸ ਮਨ ਦੇ ਨਾਲ ਕਰ ਲਈਏ ਕਿ ਇਹਨੂੰ ਮੈਂ ਪੂਰਾ ਕਰਨਾ, ਹੋ ਜਾਂਦਾ ਆ। ਪਰ ਡਿਪੈਂਡ ਇਹ ਕਰਦਾ ਕਿ ਉਹ ਕਿੰਨਾ ਕੁ ਵਧੀਆ ਤਰੀਕੇ ਨਾਲ ਆਪਾਂ ਕੀਤਾ। ਜਦੋਂ ਤੁਸੀਂ ਸਰੀਰ ਨੂੰ ਸਾਧਨ ਦੇ ਉੱਤੇ ਜ਼ੋਰ ਲਾ ਰਹੇ ਹੋ ਨਾ, ਤਾਂ ਸਰੀਰ ਹੀ ਸਾਧਿਆ ਜਾਊਗਾ, ਮਨ ਸਾਧਿਆ ਨਹੀਂ ਜਾਊਗਾ, ਹੈ ਨਾ। ਔਰ ਗੁਰਬਾਣੀ ਕਹਿੰਦੀ ਆ, ਮਨ ਜੀਤੇ ਜਗਜੀਤ, ਸਾਨੂੰ ਮਨ ਦੇ ਉੱਤੇ ਕਾਬੂ ਕਰਨਾ ਸੀ। ਖੈਰ, ਇਸ ਤਰੀਕੇ ਨਾਲ ਮਹਾਰਾਜ ਸਾਨੂੰ ਦੱਸ ਦਿੰਦੇ ਆ ਕਿ ਤੁਸੀਂ ਕੋਈ ਵੀ, ਉਹ ਬ੍ਰਹਮਚਾਰੀ ਵੀ ਹੋ ਸਕਦਾ ਆ, ਉਹ ਬਹੁਤ ਵੱਡਾ ਜਤੀ ਸਤੀ ਵੀ ਹੋ ਸਕਦਾ, ਔਰ ਉਹਨੇ ਤਪ ਕਰਕੇ ਆਪਣੀ ਦੇਹ ਨੂੰ ਸਾਧ ਲਿਆ ਹੋ ਸਕਦਾ। ਪਰ ਫਿਰ ਵੀ ਜਦੋਂ ਅੰਦਰੋਂ ਹਉਮੈ, ਅੰਦਰੋਂ ਕ੍ਰੋਧ, ਇਹਨਾਂ ਦਾ ਇਹੋ ਜਿਹੇ ਵਿਕਾਰ ਆਉਣੇ ਸ਼ੁਰੂ ਹੋ ਜਾਂਦੇ ਆ, ਤਾਂ ਫਿਰ ਉਹ ਜਤੀ ਸਤੀ ਰਹਿੰਦਾ ਨਹੀਂ, ਫਿਰ ਉਹ ਪੁਆਇੰਟ 0 'ਤੇ ਆ ਜਾਂਦਾ। ਹੁਣ ਹਰ ਇੱਕ ਚੀਜ਼ ਜਿਹੜੀ ਹੈ ਉਹ ਵਿਕਾਰ ਦੇ ਨਾਲ ਜੁੜ ਜਾਂਦੀ ਆ। ਉਹਦਾ ਰੀਜ਼ਨ ਇਹੀ, ਕਿਉਂਕਿ ਬਾਹਰਲੀ ਭੇਸ ਬਣ ਗਿਆ, ਅੰਦਰ ਆਇਆ ਨਹੀਂ। ਅੰਦਰੋਂ ਚੀਜ਼ ਜਿਹੜੀ ਬਾਹਰ ਨੂੰ ਡਿਵੈਲਪ ਹੋਣੀ ਸੀ, ਆਪਾਂ ਉਹਨੂੰ ਪੁੱਠਾ ਕਰਨ ਦੀ ਕੋਸ਼ਿਸ਼ ਕੀਤੀ, ਆਪਾਂ ਬਾਹਰੋਂ ਅੰਦਰ ਨੂੰ ਜਾਣ ਦੀ ਕੋਸ਼ਿਸ਼ ਕੀਤੀ, ਉਹ ਪੋਸੀਬਲ ਨਹੀਂ ਆ। ਇੱਕ ਮੈਂ ਬਹੁਤ ਸੋਹਣੀ ਇੱਕ ਪੇਂਟਿੰਗ ਦੇਖੀ ਸੀਗੀ ਔਰ ਮੈਨੂੰ ਬੜਾ ਵਧੀਆ ਲੱਗਾ। ਉਹ ਪੇਂਟਿੰਗ ਇੱਦਾਂ ਸੀ ਕਿ ਇੱਕ ਦਿਲ ਬਣਾਇਆ ਹੋਇਆ ਸੀਗਾ ਔਰ ਉਹਦਾ ਦਰਵਾਜ਼ਾ ਸੀ, ਔਰ ਦਰਵਾਜ਼ੇ ਨੂੰ ਹੈਂਡਲ ਕੋਈ ਨਹੀਂ ਸੀ। ਕਿਉਂ ਹੈਂਡਲ ਨਹੀਂ ਸੀ? ਔਰ ਉਹਦੇ ਥੱਲੇ ਲਿਖਿਆ ਹੋਇਆ ਸੀਗਾ ਇਹ, ਔਰ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹ ਕੇ ਕੋਈ ਅੰਦਰੋਂ ਬਾਹਰ ਨੂੰ ਝਾਕ ਰਿਹਾ ਸੀ। ਕਿਉਂ? ਕਿਉਂਕਿ ਜਿਹੜਾ ਦਿਲ ਦਾ ਦਰਵਾਜ਼ਾ ਨਾ, ਉਹ ਅੰਦਰੋਂ ਖੁੱਲ੍ਹਦਾ ਆ, ਬਾਹਰੋਂ ਨਹੀਂ ਖੁੱਲ੍ਹਦਾ। ਜੇ ਹੈਂਡਲ ਦੀ ਲੋੜ ਤਾਂ ਪਵੇ ਜੇ ਬਾਹਰੋਂ ਖੋਲ੍ਹਿਆ ਜਾ ਸਕਦਾ ਹੋਵੇ, ਉਹ ਅੰਦਰੋਂ ਹੀ ਖੁੱਲ੍ਹਣਾ ਆ। ਅਤੇ ਇਸ ਕਰਕੇ ਇਹ ਚੀਜ਼ ਅੰਦਰੋਂ ਬਾਹਰ ਨੂੰ ਜਾਣ ਦੀ ਸੀ, ਬਾਹਰੋਂ ਅੰਦਰ ਆਉਣ ਦੀ ਸੀਗੀ ਨਹੀਂ। ਸੋ ਜਿਹੜੀ ਈਗੋ ਆ, ਜਦੋਂ ਵੀ ਅਸੀਂ ਆਪਣੇ ਬਾਹਰ ਵਾਲਾ ਭੇਸ ਬਣਾ ਲਿਆ ਪਰ ਅੰਦਰ ਆਪਾਂ ਉਹ ਸਾਡੇ ਅੰਦਰ ਪ੍ਰਫੁੱਲਿਤ ਨਹੀਂ ਹੋਈ, ਤਾਂ ਉਸ ਟਾਈਮ ਦੇ ਉੱਤੇ ਉਹ ਜਿਹੜੀ ਈਗੋ ਆ ਨਾ, ਉਹ ਨਾਲ ਅਟੈਚ ਹੋ ਜਾਂਦੀ ਆ। ਈਗੋ ਆਫ ਨੌਲੇਜ, ਈਗੋ ਆਫ ਪਰਫੈਕਸ਼ਨ, ਈਗੋ ਆਫ ਸੁਪਰੀਮੇਸੀ, ਹੈ ਨਾ। ਕੁਛ ਲੋਕਾਂ ਨੂੰ ਇਹੀ ਲੱਗਦਾ ਕਿ ਮੇਰੇ ਤੋਂ ਵੱਡਾ ਸਿੱਖ ਹੀ ਕੋਈ ਨਹੀਂ ਆ। ਕੁਛ ਨੂੰ ਇਹ ਲੱਗਦਾ ਕਿ ਅਸੀਂ ਸਾਰੀ ਦੁਨੀਆ ਦੀ ਜਿਹੜੀ ਹੈਗੀ ਆ ਉਹ ਨੌਲੇਜ ਇਕੱਠੀ ਕਰ ਲਈ ਹੈ। ਕਿਸੇ ਨੂੰ ਇਹ ਲੱਗਦਾ ਕਿ ਸਿੱਖ ਤਾਂ ਹੁੰਦੇ ਹੀ ਪਾਗਲ ਆ। ਕਿਸੇ ਨੂੰ, ਹਰ ਇੱਕ ਬੰਦਾ ਆਪਣੇ ਆਪਣੇ ਤਰੀਕੇ ਦੇ ਨਾਲ ਜਿਸ ਤਰੀਕੇ ਦੀ ਵੀ ਨੌਲੇਜ ਉਹਨੂੰ ਹੈ, ਉਹ ਉਹਦੇ ਵਿੱਚ ਹੀ ਆਪਣੇ ਆਪ ਨੂੰ ਸਹੀ ਮੰਨੀ ਜਾ ਰਿਹਾ। ਜੇ ਅਗਰ ਆਪਾਂ ਕਾਮਰੇਡਾਂ ਨਾਲ ਗੱਲ ਕਰੀਏ ਤਾਂ ਉਹ ਆਪਣੇ ਇੱਕ ਅਟਪਟੇ ਜੇ ਲੌਜਿਕ ਉਹ ਲੈ ਕੇ ਆਉਂਦੇ ਹੁੰਦੇ ਆ, ਹੈ ਨਾ। ਤਾਂ ਉਹ ਆਪਣੇ ਲੌਜਿਕਸ ਦੇ ਨਾਲ ਹੀ ਦੱਸਦੇ ਆ ਕਿ ਅਸੀਂ ਬਹੁਤ ਵਧੀਆ ਆ। ਉੱਥੇ ਵੀ ਈਗੋ ਆ। ਕੁਛ ਸਿੱਖ ਐਸੇ ਆ ਜਿਨ੍ਹਾਂ ਨੇ ਪ੍ਰੋਪਰ ਸਿੱਖੀ ਬਾਣੇ ਦੇ ਵਿੱਚ, ਉਹ ਜਿਹੜਾ ਸਿੱਖੀ ਬਾਣੇ ਵਿੱਚ ਨਹੀਂ ਹੈ ਉਹਨੂੰ ਉਹ ਇਨਸਾਨ ਹੀ ਨਹੀਂ ਸਮਝਦੇ, ਉੱਥੇ ਵੀ ਈਗੋ ਆ। ਅਤੇ ਕੁਛ ਜਿਹੜੇ ਹੈ ਉਹ ਮੇਰੇ ਵਰਗੇ ਜਿਹੜੇ ਆਪ ਸਿੱਖੀ ਬਾਣੇ 'ਚ ਹੈ ਨਹੀਂ, ਫਿਰ ਉਹ ਜਿਹੜੇ ਸਿੱਖੀ ਬਾਣੇ ਵਾਲੇ ਉਹਨਾਂ ਨੂੰ ਟਿੱਚਰਾਂ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਅਸੀਂ ਬਹੁਤ ਸਿਆਣੇ ਹਾਂ। ਤਾਂ ਹਰ ਇੱਕ ਰੂਪ ਦੇ ਵਿੱਚ, ਹਰ ਇੱਕ ਤਰੀਕੇ ਦੀ ਨੌਲੇਜ ਦੇ ਨਾਲ, ਚਾਹੇ ਉਹ ਸਹੀ ਹੈ ਚਾਹੇ ਉਹ ਗਲਤ ਹੈ, ਈਗੋ ਜਿਹੜੀ ਆ ਉਹ ਆ ਜਾਂਦੀ ਆ। ਔਰ ਜਿੱਥੇ ਹਉਮੈ ਆ ਗਈ, ਜਿੱਥੇ ਹੰਕਾਰ ਆ ਗਿਆ, ਉੱਥੇ ਅੱਗੇ ਵਧਣ ਦੇ ਸਾਰੇ ਰਸਤੇ ਬੰਦ।
ਜਦੋਂ ਤੁਹਾਡੇ ਅੰਦਰ ਇਹ ਗੱਲ ਪੈਦਾ ਹੋ ਗਈ ਕਿ ਮੈਂ ਸਭ ਜਾਣਦਾ ਜਾਂ ਮੈਂ ਸਭ ਜਾਣਦੀ ਹਾਂ, ਤਾਂ ਉਸ ਤੋਂ ਅੱਗੇ ਅਸੀਂ ਨਹੀਂ ਵੱਧ ਸਕਦੇ। ਉੱਥੇ ਸਾਡੇ ਅਸਤਿਤਵ ਦਾ, ਸਾਡੀ ਵਿਅਕਤੀਗਤ ਪਰਸਨੈਲਿਟੀ ਨੂੰ ਫੁੱਲ ਸਟਾਪ ਲੱਗ ਜਾਂਦਾ। ਉਹ ਫੁੱਲ ਸਟਾਪ ਨਾ ਲੱਗਣ ਦੇ ਵਾਸਤੇ ਹਮੇਸ਼ਾ ਮੈਨੂੰ ਇਹ ਰਸਤਾ ਖੁੱਲ੍ਹਾ ਰੱਖਣਾ ਪਊਗਾ ਕਿ ਸ਼ਾਇਦ ਹਜੇ ਕੁਛ ਹੋਰ ਵੀ ਹੋਵੇ ਜੋ ਮੈਂ ਜਾਣਨਾ। ਔਰ ਗੁਰੂ ਮਹਾਰਾਜ ਸਾਨੂੰ ਇਸੇ ਚੀਜ਼ ਲਈ ਟ੍ਰੇਨ ਕਰਦੇ ਆ ਕਿ ਇੱਕ ਬੈਲੈਂਸ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ। ਸਾਨੂੰ ਹਮੇਸ਼ਾ ਇਸ ਬੈਲੈਂਸ ਨੂੰ ਬਣਾ ਕੇ ਰੱਖਣਾ ਪਊਗਾ ਕਿ ਦੇਰ ਇਜ਼ ਨੌਲੇਜ ਐਂਡ ਦੈਨ ਦੇਰ ਇਜ਼ ਸਮਥਿੰਗ ਟੂ ਲਰਨ। ਉਹ ਬਣਾ ਕੇ ਰੱਖਣਾ ਪਊਗਾ। ਖੈਰ, ਆਪਾਂ ਜੱਤ ਦੇ ਉੱਤੇ ਫਿਰ ਤੋਂ ਆਉਂਦੇ ਹਾਂ ਤਾਂ ਭਾਈ ਕਾਹਨ ਸਿੰਘ ਨਾਭਾ ਜਿਹੜੇ ਨੇ, ਇਸ ਕਰਕੇ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜਾ ਇਹਨੂੰ ਸਿਰਫ ਇੱਕ ਚੈਸਟਿਟੀ ਜਾਂ ਮੋਡਸਟੀ ਦੇ ਨਾਲ ਜੱਤ ਨੂੰ ਟਰਾਂਸਲੇਟ ਕਰਕੇ ਨਾ ਵੇਖ ਲਈਏ। ਜੱਤ ਨੂੰ ਅਗਰ ਆਪਾਂ ਸਮਝਣਾ ਆ ਤਾਂ ਸਾਨੂੰ ਇਹਨੂੰ ਹੋਰ ਇਨ ਡੈਪਥ ਜਾਣਾ ਪਊਗਾ। ਭਾਈ ਕਾਹਨ ਸਿੰਘ ਨਾਭਾ ਕਹਿੰਦੇ ਨੇ, ਇਸੇ ਦੀ ਹੀ ਜਿਹੜੀ ਟਰਾਂਸਲੇਸ਼ਨ ਦਿੰਦੇ ਨੇ ਸਾਨੂੰ, ਉਹ ਦਿੰਦੇ ਨੇ ਕਿ ਆਪਣੀਆਂ ਇੰਦਰੀਆਂ 'ਤੇ ਕਾਬੂ ਪਾ ਲੈਣਾ। ਜੱਤ ਦਾ ਮਤਲਬ ਕੀ ਆ? ਆਪਣੀਆਂ ਇੰਦਰੀਆਂ 'ਤੇ ਕਾਬੂ ਪਾ ਲੈਣਾ। ਉਹੀ ਗੱਲ, ਮਨ ਜੀਤੇ ਜਗਜੀਤ। ਹੁਣ ਇਹ ਕਿੱਦਾਂ ਆ? ਇਹਨੂੰ ਆਪਾਂ ਦੇਖ ਲਈਏ। ਜਦੋਂ ਆਪਾਂ ਇਹਨੂੰ ਥੋੜ੍ਹਾ ਜਿਹਾ ਅਗਰ ਧਿਆਨ ਨਾਲ ਦੇਖੀਏ, ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕਰਦੇ ਹਾਂ ਕਿ ਸਾਡਾ ਮਨ ਸਾਡੇ ਹੱਥ ਕਾਬੂ 'ਚ ਹੈ ਕਿ ਨਹੀਂ। ਪਹਿਲਾਂ ਵੀ ਆਪਾਂ ਕੀਤਾ ਸੀਗਾ, ਪਰ ਫਿਰ ਆਪਾਂ ਕਰੀਏ। ਇੰਦਰੀਆਂ ਦੇ ਉੱਤੇ ਕਾਬੂ ਪਾਉਣਾ ਜਿਹੜਾ ਨਾ, ਉਹ ਸਭ ਤੋਂ ਔਖਾ ਕੰਮ ਆ ਔਰ ਸਭ ਤੋਂ ਸੌਖਾ ਕੰਮ ਵੀ ਇਹੀ ਆ। ਇੱਕ ਲਾਈਨ ਫਿਰ ਮੈਂ ਰਿਪੀਟ ਕਰਦੀ ਹਾਂ ਕਿ ਜਦੋਂ ਆਪਾਂ ਆਪਣੀਆਂ ਇੰਦਰੀਆਂ 'ਤੇ ਕਾਬੂ ਨਹੀਂ ਪਾਇਆ, ਯਾਨੀ ਕਿ ਸਾਡੇ ਅੰਦਰੋਂ ਨੌਲੇਜ ਨਹੀਂ ਆਈ, ਅਸੀਂ ਬਾਹਰੀ ਭੇਸ ਬਣਾ ਲਿਆ, ਤਾਂ ਉਹ ਜਿਹੜਾ ਬਾਹਰੀ ਭੇਸ ਆ ਉਹ ਕਦੀ ਵੀ ਡਿਸਮੈਂਟਲ ਹੋ ਸਕਦਾ। ਇਹਦੀ ਇੱਕ ਛੋਟੀ ਜਿਹੀ ਉਦਾਹਰਨ ਹੈ। ਆਪਾਂ ਪੁਰਾਣੀਆਂ ਜਿਹੜੀਆਂ ਪੁਰਾਣਿਕ ਕਹਾਣੀਆਂ, ਜਿਹੜੀਆਂ ਹਿੰਦੂ ਮੱਤ ਦੇ ਵਿੱਚ ਪੁਰਾਣਿਕ ਕਹਾਣੀਆਂ ਦੇ ਵਿੱਚ ਅਕਸਰ ਇੱਕ ਗੱਲ ਸੁਣਦੇ ਹਾਂ ਕਿ ਕੋਈ ਬਹੁਤ ਵਧੀਆ ਸਾਧੂ ਜਿਹਨੇ ਬੜਾ ਚਿਰ ਤਪੱਸਿਆ ਕੀਤੀ, ਔਰ ਤਪੱਸਿਆ ਕਰਨ ਤੋਂ ਬਾਅਦ ਉਹਨੇ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਹਾਸਿਲ ਵੀ ਕਰ ਲਈਆਂ। ਰਿਸ਼ੀ ਦੁਰਵਾਸਾ ਦੀ ਐਗਜ਼ਾਮਪਲ ਤੁਸੀਂ ਕੱਢ ਕੇ ਦੇਖ ਸਕਦੇ ਆ। ਇੰਨੇ ਵੱਡੇ ਰਿਸ਼ੀ ਮੁਨੀ ਹੋਣ ਤੋਂ ਬਾਅਦ ਜਦੋਂ ਉਹ ਆਪਣੀ ਤਪੱਸਿਆ ਪੂਰੀ ਕਰਕੇ ਆਉਂਦੇ ਆ ਤਾਂ ਰਸਤੇ ਦੇ ਵਿੱਚ ਆ ਕੇ ਕੋਈ ਨਾ ਕੋਈ ਚੀਜ਼ ਐਸੀ ਹੋ ਜਾਂਦੀ ਹੈ ਕਿ ਕ੍ਰੋਧ ਆ ਜਾਂਦਾ, ਔਰ ਕ੍ਰੋਧ ਦੇ ਵਿੱਚ ਉਹ ਅਗਲੇ ਨੂੰ ਸ਼ਰਾਪ ਦੇ ਦਿੰਦੇ ਆ। ਹੁਣ ਸ਼ਰਾਪ ਉਹਨਾਂ ਦਾ ਹੋ ਜਾਂਦਾ ਪੂਰਾ। ਇਹ ਮਾਈਥੋਲੋਜੀਕਲ ਕਹਾਣੀਆਂ ਦੇ ਵਿੱਚੋਂ ਇੱਕ ਐਗਜ਼ਾਮਪਲ ਲੈ ਰਹੀ ਹਾਂ ਮੈਂ। ਪਰ ਉਹਨਾਂ ਨੂੰ ਦੁਬਾਰਾ ਫਿਰ ਆਪਣੀ ਤਪੱਸਿਆ ਵੱਲ ਜਾਣਾ ਪੈਂਦਾ। ਕਿਉਂਕਿ ਉਹ ਜਦੋਂ ਆਏ ਸੀ ਤਾਂ ਬਾਹਰੀ ਭੇਸ ਇਹ ਲੈ ਕੇ ਆਏ ਸੀਗੇ ਕਿ ਸਾਨੂੰ ਸਭ ਪਤਾ ਲੱਗ ਗਿਆ, ਔਰ ਜਦੋਂ ਉਹਨਾਂ ਨੇ ਉਹ ਸ਼ਰਾਪ ਦਿੱਤਾ ਤਾਂ ਇੱਕਦਮ ਜਿਹੜਾ ਅੰਦਰ ਦਾ ਖੋਖਲਾਪਨ ਆ ਉਹ ਸਾਹਮਣੇ ਆ ਗਿਆ ਕਿ ਨਹੀਂ, ਹਜੇ ਅੰਦਰੋਂ ਤਾਂ ਮੋਲਡ ਕੁਛ ਹੋਇਆ ਹੀ ਨਹੀਂ, ਹੈ ਨਾ। ਔਰ ਉਹ ਦੁਬਾਰਾ ਉਹਨਾਂ ਨੂੰ ਜਾਣਾ ਪੈ ਜਾਂਦਾ। ਮੈਂ ਹਿੰਦੂ ਮਤ ਦੇ ਨਾਲ ਕਿਸੇ ਟਕਰਾਅ ਦੇ ਵਿੱਚ ਨਹੀਂ ਆ ਰਹੀ ਕਿ ਉਹ ਉਹਨਾਂ ਦੇ ਆਪਣੇ ਇੱਕ ਵੱਖਰੇ ਲੌਜਿਕ ਹੋ ਸਕਦੇ ਆ, ਪਰ ਦਿਸ ਇਜ਼ ਹਾਊ ਆਈ ਸੀ ਇਟ, ਦਿਸ ਇਜ਼ ਹਾਊ ਆਈ ਇੰਟਰਪ੍ਰੈਟ ਇਟ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਇਸ ਤਰੀਕੇ ਨਾਲ ਆਪਾਂ ਨੂੰ ਸਮਝ ਸਕਦੇ ਹਾਂ ਕਿ ਉਹ ਬਾਹਰੀ ਭੇਸ ਦੇ ਵਿੱਚ ਜੱਤ ਵੀ ਹੈ, ਸੱਤ ਵੀ ਹੈ। ਤਪ ਕਰਕੇ ਉਹਨਾਂ ਨੇ ਰਿੱਧੀਆਂ ਸਿੱਧੀਆਂ ਸਭ ਹਾਸਲ ਕਰ ਲਿਆ, ਪਰ ਆਪਣੇ ਮਨ ਦੇ ਉੱਤੇ ਕੰਟਰੋਲ ਨਹੀਂ ਆਇਆ। ਉਹ ਮਨ ਨਹੀਂ ਜਿੱਤ ਸਕੇ, ਔਰ ਇਸੇ ਕਰਕੇ ਮਨ ਜੀਤੇ ਜਗਜੀਤ ਤੋਂ ਥੋੜ੍ਹਾ ਦੂਰ ਰਹਿ ਗਏ। ਜਦੋਂ ਆਪਾਂ ਮਨ ਦੀਆਂ ਇੰਦਰੀਆਂ ਉੱਤੇ ਕੰਟਰੋਲ ਕਰਨਾ ਨਾ, ਤਾਂ ਪਹਿਲਾਂ ਆਪਾਂ ਇਹ ਦੇਖੀਏ ਕਿ ਸਾਡਾ ਮਨ ਐਕਚੁਅਲੀ ਇਹ ਜ਼ਰੂਰੀ ਕਿਉਂ ਹੈ, ਔਰ ਇਹ ਸਾਡੇ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਚੀਜ਼ ਆ। ਇੱਕ ਵਰਡ ਆ ਬੜਾ ਇੰਪੋਰਟੈਂਟ, ਮੈਨੀਫੈਸਟੇਸ਼ਨ। ਅਸੀਂ ਕੋਈ ਵੀ ਚੀਜ਼ ਮੈਨੀਫੈਸਟ ਕਰ ਸਕਦੇ ਹਾਂ ਪ੍ਰੋਵਾਈਡਡ ਸਾਡਾ ਆਪਣੇ ਮਾਈਂਡ ਦੇ ਉੱਤੇ ਕੰਟਰੋਲ ਹੋਵੇ। ਅੱਜ ਕੱਲ੍ਹ ਤਾਂ ਨਵੀਆਂ ਥੈਰੇਪੀਜ਼ ਵੀ ਆ ਗਈਆਂ, ਕੰਟਰੋਲ ਯੋਰ ਮਾਈਂਡ ਜਾਂ ਮੈਨੀਫੈਸਟ ਸਕਸੈਸ, ਇਹੋ ਜਿਹੀਆਂ ਚੀਜ਼ਾਂ ਵੀ ਉਹਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਕੀ ਆ ਬੇਸਿਕਲੀ? ਆਪਾਂ ਇਸ ਤਰ੍ਹਾਂ ਕਰੀਏ ਕਿ ਸਿਰਫ 10 ਸੈਕਿੰਡ ਦੇ ਲਈ ਨਾ ਕੋਈ ਵੀ ਐਸਾ ਇਨਸਾਨ ਆਪਣੇ ਦਿਮਾਗ ਦੇ ਵਿੱਚ ਸੋਚ ਲਓ ਕਿ ਮੈਂ ਇਹਦੇ ਬਾਰੇ ਨਹੀਂ ਸੋਚਣਾ। ਇਨਸਾਨ, ਕੋਈ ਚੀਜ਼, ਜਾਂ ਇਹ ਸੋਚ ਲਓ ਕਿ ਮੈਂ 10 ਸੈਕਿੰਡ ਲਈ ਪੈਸੇ ਬਾਰੇ ਨਹੀਂ ਸੋਚਣਾ, ਜਾਂ ਮੈਂ ਮੌਤ ਬਾਰੇ ਨਹੀਂ ਸੋਚਣਾ, ਜਾਂ ਮੈਂ ਜ਼ਿੰਦਗੀ, ਕੁਝ ਵੀ ਸੋਚ ਲਓ, ਔਰ ਅੱਖਾਂ ਬੰਦ ਕਰਕੇ ਸਿਰਫ 10 ਸੈਕਿੰਡ ਧਿਆਨ ਕਰਿਓ। ਯੂ ਵਿਲ ਫਾਈਂਡ ਕਿ ਉਸ 10 ਸੈਕਿੰਡਾਂ ਵਾਸਤੇ ਜਿਹੜੀ ਚੀਜ਼ ਤੁਸੀਂ ਸੋਚੀ ਹੈ ਨਾ ਕਿ ਮੈਂ ਨਹੀਂ ਸੋਚਣਾ, ਤੁਹਾਡੇ ਦਿਮਾਗ ਵਿੱਚ ਸਿਰਫ ਉਹੀ ਆਊਗਾ। ਤੁਸੀਂ ਉਹੀ ਗੱਲ ਨੂੰ ਬਾਰ-ਬਾਰ ਤੁਹਾਡੇ ਦਿਮਾਗ ਦੇ ਵਿੱਚ ਆਈ ਜਾਊਗੀ। ਯੋਰ ਮਾਈਂਡ ਵਿਲ ਬੀ ਫਿਲਡ ਵਿਦ ਦੈਟ, ਜਿਹੜਾ ਤੁਸੀਂ ਸੋਚਿਆ ਸੀਗਾ ਕਿ ਮੈਂ ਇਹਦੇ ਬਾਰੇ ਨਹੀਂ ਸੋਚਣਾ। ਬੇਸਿਕਲੀ ਉਹ ਹੈ ਕਿ ਆਪਣਾ ਮਨ ਉਹੀ ਕਰਦਾ ਜੋ ਅਸੀਂ ਉਹਨੂੰ ਨਹੀਂ ਕਰਨ ਦੇਣਾ ਚਾਹੁੰਦੇ, ਕਿਉਂਕਿ ਅਸੀਂ ਉਹਨੂੰ ਇੱਕ ਸਿਗਨਲ ਦਿੰਦੇ ਹਾਂ, ਔਰ ਸਾਡਾ ਮਨ ਸਾਡੇ ਕਾਬੂ 'ਚ ਨਹੀਂ ਆ। ਇਸੇ ਕਰਕੇ ਉਹ ਹਰ ਇੱਕ ਉਸ ਡਾਇਰੈਕਸ਼ਨ ਵਿੱਚ ਭੱਜਦਾ ਹੈ ਜਿੱਧਰੋਂ ਅਸੀਂ ਉਹਨੂੰ ਰੋਕਦੇ ਹਾਂ। ਅਸੀਂ ਕਹਿੰਦੇ ਕਿ ਇਹ ਮੈਂ ਕੰਮ ਨਹੀਂ ਕਰਨਾ, ਪਰ ਉਹੀ ਕੰਮ ਉਹ ਕਰਦਾ ਆ। ਅਸੀਂ ਸੋਚ ਕੇ ਬੈਠੇ ਕਿ ਮੈਂ 10 ਸੈਕਿੰਡ ਦੇ ਲਈ ਪੈਸਿਆਂ ਲਈ ਨਹੀਂ ਸੋਚਣਾ, ਜਾਂ 10 ਸੈਕਿੰਡ ਦੇ ਲਈ ਮੈਂ ਆਪਣੀ ਦੁਕਾਨ ਬਾਰੇ ਨਹੀਂ ਸੋਚਣਾ। ਅੱਖਾਂ ਬੰਦ ਕੀਤੀਆਂ ਤਾਂ ਉਹ ਦੁਕਾਨ ਹੀ ਮੇਰੀਆਂ ਅੱਖਾਂ ਸਾਹਮਣੇ ਆਈ ਜਾਣੀ ਹੈ।
ਇਹ ਸਾਡੇ ਮਨ ਦੇ ਉੱਤੇ ਸਾਡਾ ਕਾਬੂ ਆ। ਸੋ ਬੇਸਿਕਲੀ ਹੋਣਾ ਕੀ ਚਾਹੀਦਾ ਸੀਗਾ ਕਿ ਸਾਡੇ ਮਨ ਨੇ ਸਾਡੀ ਗੱਲ ਸੁਣਨੀ ਸੀ, ਨਾ ਕਿ ਅਸੀਂ ਮਨ ਦੀ ਗੱਲ ਸੁਣਨੀ ਸੀ। ਪਰ ਹੁੰਦਾ ਉਲਟਾ ਆ, ਮਨ ਆਪਣੀ ਮਰਜ਼ੀ ਹੀ ਕਰਦਾ ਆ। ਔਰ ਇਸੇ ਨੂੰ ਜਦੋਂ ਅਸੀਂ ਮੈਂਟਲ ਹੈਲਥ ਦੇ ਨਾਲ ਜੋੜ ਕੇ ਦੇਖਾਂਗੇ ਨਾ, ਪਿਛਲੀ ਵਾਰੀ ਵੀ ਮੈਂਟਲ ਹੈਲਥ ਦੀ ਮੈਂ ਗੱਲ ਕੀਤੀ ਸੀ, ਇਸ ਵਾਰੀ ਫਿਰ ਹੁਣ ਹੁੰਦਾ ਕੀ ਆ ਕਿ ਸਾਡੇ ਪੂਰੇ ਦਿਨ ਦੇ ਵਿੱਚ, ਕਿਉਂਕਿ ਕਿਸੇ ਵੀ ਇਨਸਾਨ ਦਾ ਪੂਰਾ ਦਿਨ ਪੋਜ਼ੀਟਿਵ ਜਾਵੇ ਹੋ ਨਹੀਂ ਸਕਦਾ ਹੁੰਦਾ। ਪੋਸੀਬਲ ਅਗਰ ਕੋਈ ਬਹੁਤ ਲੱਕੀ ਆ, ਹੋ ਸਕਦਾ ਉਹਦਾ ਹੋ ਵੀ ਜਾਵੇ, ਬਟ ਮੈਜੋਰਿਟੀ ਸਾਡੇ ਪੂਰੇ ਦਿਨ ਦੇ ਵਿੱਚ ਕਿਤੇ ਕੋਈ ਐਂਗਰ ਹੋਇਆ ਹੋਊਗਾ ਜਾਂ ਫਰਸਟ੍ਰੇਸ਼ਨ ਆਈ ਹੋਊਗੀ, ਹਸਬੈਂਡ ਵਾਈਫ ਦਾ ਆਪਸ ਝਗੜਾ ਹੋਇਆ ਹੋਊਗਾ, ਜਾਂ ਬੱਚਿਆਂ ਦੇ ਨਾਲ ਕੋਈ ਗੱਲ ਹੋਈ ਹੋਊਗੀ, ਕੁਝ ਵੀ ਹੋਇਆ ਹੋ ਸਕਦਾ। ਸਾਡਾ ਪੂਰਾ ਦਿਨ ਉਸੇ ਇੱਕ ਮੂਮੈਂਟ, ਜਿਹੜੀ ਕਿ ਇੱਕ ਅਨਪਲੈਜ਼ੈਂਟ ਮੂਮੈਂਟ ਆ, ਉਹਦੇ ਨਾਲ ਕਵਰ ਹੋ ਜਾਂਦਾ। ਔਰ ਜਿੰਨੀਆਂ ਵੀ ਸਾਡੇ ਨਾਲ ਪੋਜ਼ੀਟਿਵ ਗੱਲਾਂ ਹੋਈਆਂ ਉਹ ਸਾਰੀਆਂ ਇੱਕ ਖੁੰਝੇ ਲੱਗ ਜਾਂਦੀਆਂ। ਇੱਕ ਇਨਸਾਨ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਮੈਜੋਰਿਟੀ ਆਫ ਟਾਈਮ ਇੱਕ ਅਗਰ ਉਹ ਸਹੀ ਮਤਲਬ, ਕਿਉਂਕਿ ਮੈਂ ਬਿਲਕੁਲ ਸਮਝਦੀ ਹਾਂ ਕਿ ਦੇਰ ਆਰ ਵੈਰੀ ਅਨਫੋਰਚੂਨੇਟ ਪੀਪਲ ਐਜ਼ ਵੈਲ, ਪਰ ਜਿਹੜੇ ਮੈਜੋਰਿਟੀ ਲੋਕ ਨੇ ਉਹ ਆਪਣੀ ਜ਼ਿੰਦਗੀ ਦੇ ਬਹੁਤ ਵੱਡਾ ਸਮਾਂ ਜਿਹੜਾ ਉਹਨਾਂ ਖੁਸ਼ੀਆਂ ਦੇ ਵਿੱਚ ਕੱਟਦੇ ਆ। ਉਹਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਵਿਆਹ ਵੀ ਸ਼ਾਮਲ ਆ, ਉਹਨਾਂ ਦੀ ਬਿਜ਼ਨਸ ਜਾਂ ਉਹਨਾਂ ਦੀ ਜੋਬ ਵਿੱਚ ਸਕਸੈਸ ਵੀ ਸ਼ਾਮਲ ਆ, ਉਹਨਾਂ ਦੇ ਘਰ ਬੱਚੇ ਦਾ ਆਗਮਨ ਜਾਂ ਹਰ ਇੱਕ ਚੀਜ਼ ਸ਼ਾਮਲ ਆ। ਪਰ ਅਸੀਂ ਆਪਣੀ ਲਾਈਫ ਨੂੰ ਟੈਗ ਕਰਦੇ ਹਾਂ ਅਨਸਕਸੈਸਿਸ ਦੇ ਨਾਲ। ਜਦੋਂ ਅਸੀਂ ਸਕਸੈਸਫੁਲ ਨਹੀਂ ਹੋਏ ਜਾਂ ਜਦੋਂ ਸਾਡੇ ਨਾਲ ਕੋਈ ਘਟਨਾ ਵਾਪਰੀ ਆ, ਅਸੀਂ ਆਪਣੀ ਜ਼ਿੰਦਗੀ ਨੂੰ ਬਹੁਤਾਤ ਦੇ ਵਿੱਚ ਉਹਦੇ ਨਾਲ ਰਲਾ ਕੇ ਦੇਖਦੇ ਹਾਂ। ਸੋ ਉਸ ਇੱਕ ਦਿਨ, ਜਿਸ ਦਿਨ ਅਸੀਂ ਸਾਡੇ ਨਾਲ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਝ ਚੰਗੀਆਂ ਗੱਲਾਂ ਵੀ ਹੋਈਆਂ, ਇੱਕ ਅੱਧੀ ਮਾੜੀ ਗੱਲ ਵੀ ਹੋਈ, ਅਸੀਂ ਉਸ ਮਾੜੀ ਗੱਲ ਨੂੰ ਲੈ ਕੇ ਸਾਰਾ ਦਿਨ ਆਪਣਾ ਖਰਾਬ ਕਰ ਲੈਂਦੇ ਹਾਂ। ਔਰ ਰਾਤ ਨੂੰ ਆਪਸ ਵਿੱਚ ਬੈਠੇ ਹਾਂ, ਜਦੋਂ ਟੇਬਲ ਦੇ ਉੱਤੇ ਅਗਰ ਕੋਈ ਪੁੱਛੇ ਕਿ ਕਿਵੇਂ ਦਾ ਰਿਹਾ ਦਿਨ, ਤਾਂ ਅਸੀਂ ਸਾਰਾ ਪੋਜ਼ੀਟਿਵਿਟੀ ਨੂੰ ਛੱਡ ਕੇ ਇੱਕ ਨੈਗੇਟਿਵ ਗੱਲ ਕਿ ਮੇਰਾ ਤਾਂ ਅੱਜ ਮੂਡ ਆਫ ਰਿਹਾ। ਕਿਉਂ? ਸਵੇਰੇ ਮੈਂ ਆਫਿਸ ਗਈ, ਮੈਂ ਲੇਟ ਹੋ ਗਈ, ਮੇਰੇ ਬੌਸ ਨੇ ਮੈਨੂੰ ਆ ਕਹਿਤਾ, ਫੋਰ ਐਨ ਐਗਜ਼ਾਮਪਲ, ਜਾਂ ਸਵੇਰੇ ਮੇਰੀ ਮੰਮੀ ਨਾਲ ਲੜਾਈ ਹੋ ਗਈ ਸੀ, ਜਾਂ ਡੈਡੀ ਨਾਲ ਗੱਲਬਾਤ ਹੋ ਗਈ ਸੀ, ਜਾਂ ਵਾਟ ਐਵਰ। ਆਪਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੈਗੇਟਿਵਿਟੀ ਨੂੰ ਆਪਾਂ ਆਪਣੀ ਲਾਈਫ ਨੂੰ ਐਂਬਲੇਮੇਟਾਈਜ਼ ਕਰਨ ਲਈ ਦੇ ਦਿੰਦੇ ਹਾਂ, ਹੈ ਨਾ। ਉਹ ਹੈ ਕਿ ਬੇਸਿਕਲੀ ਸਾਡੇ ਮਨ ਦਾ ਸਾਡੇ ਉੱਤੇ ਕੰਟਰੋਲ ਆ, ਔਰ ਉਹਨੇ ਹੀ ਜਿਹੜੀ ਨੈਗੇਟਿਵ ਚੀਜ਼ ਆ ਉਹਨੂੰ ਬਹੁਤ ਵੱਡਾ ਬਣਾ ਕੇ ਦਿਖਾਉਂਦਾ ਆ। ਔਰ ਸਾਨੂੰ ਹੌਲੀ ਹੌਲੀ ਇਹ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਸ਼ਾਇਦ ਮੇਰੀ ਜ਼ਿੰਦਗੀ 'ਚ ਕੁਛ ਪੋਜ਼ੀਟਿਵ ਹੈ ਹੀ ਨਹੀਂ, ਮੇਰੀ ਜ਼ਿੰਦਗੀ ਸਾਰੀ ਨੈਗੇਟਿਵ ਆ। ਔਰ ਇਸੇ ਨੈਗੇਟਿਵਿਟੀ ਦੇ ਚੱਲਦੇ ਜਿਹੜੀਆਂ ਮੈਂਟਲ ਹੈਲਥ ਪ੍ਰੋਬਲਮਸ ਆਉਂਦੀਆਂ ਆ, ਕਿਉਂਕਿ ਇਹ ਸਾਰਾ ਕੁਛ ਵੱਡਾ ਹੁੰਦਾ ਇੱਕ ਐਸੇ ਲੈਵਲ 'ਤੇ ਪਹੁੰਚ ਜਾਂਦਾ ਜਿੱਥੇ ਜਾ ਕੇ ਆਪਾਂ ਉਹਨੂੰ ਡਿਪਰੈਸ਼ਨ ਕਹਿ ਸਕਦੇ ਹਾਂ। ਫਿਰ ਉਹ ਡਿਪਰੈਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮੇਰੇ ਨਾਲ ਤਾਂ ਕੁਛ ਪੋਜ਼ੀਟਿਵ ਹੋਇਆ ਹੀ ਨਹੀਂ। ਹੁਣ ਆਪਣੇ ਸਿੱਖਾਂ ਨਾਲ ਵੀ ਇੱਦਾਂ ਹੀ ਹੋ ਰਿਹਾ ਹੈ। ਅਗਰ ਆਪਾਂ ਦੇਖੀਏ ਤਾਂ ਸਾਡੇ ਸਿੱਖ ਜਿਹੜੇ ਨੇ ਉਹ ਬਹੁਤ ਵਧੀਆ ਕੰਮ ਵੀ ਕਰ ਰਹੇ ਨੇ, ਬੇਹੱਦ ਖੂਬਸੂਰਤ ਕੰਮ ਪੂਰੀ ਦੁਨੀਆ 'ਚ ਸਾਡੀ ਕੌਮ ਜਿਹੜੀ ਕਰ ਰਹੀ ਹੈ, ਔਰ ਦੁਨੀਆ ਲੋਹਾ ਮੰਨ ਰਹੀ ਆ ਸਾਡੇ ਕੰਮਾਂ ਦਾ। ਪਰ ਅਸੀਂ ਕੀ ਕਰਦੇ ਹਾਂ ਕਿ ਸਾਡੇ ਵਿੱਚੋਂ ਕੋਈ ਇੱਕ ਬੰਦਾ ਕੋਈ ਗਲਤ ਕਦਮ ਚੁੱਕ ਦਿੰਦਾ, ਕੋਈ ਗਲਤੀ ਕਰ ਦਿੰਦਾ, ਤਾਂ ਅਸੀਂ ਸਾਰੀ ਫੇਸਬੁੱਕ, ਸਾਰਾ ਸੋਸ਼ਲ ਮੀਡੀਆ ਅਸੀਂ ਉਸ ਨੈਗੇਟਿਵਿਟੀ ਵੱਲ ਲੈ ਜਾਂਦੇ ਹਾਂ, ਪੋਜ਼ੀਟਿਵਿਟੀ ਨੂੰ ਛੱਡ ਦਿੰਦੇ ਹਾਂ। ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਉਹ ਇੱਕ ਬੰਦਾ ਆ, ਇੱਕ ਪਾਸੇ ਹਜ਼ਾਰਾਂ ਬੰਦੇ ਚੰਗਾ ਕੰਮ ਕਰ ਰਹੇ, ਇੱਕ ਬੰਦਾ ਕੋਈ ਗਲਤ ਕੰਮ ਕਰ ਗਿਆ ਤਾਂ ਆਪਾਂ ਉਹਨੂੰ ਇਲੈਬੋਰੇਟ ਕਰੀ ਜਾਣਾ, ਅਤੇ ਜਿਹੜੇ ਪੋਜ਼ੀਟਿਵ ਕਰ ਰਹੇ ਆ ਉਹਦੇ ਨਾਲ ਹੁੰਦਾ ਕੀ ਆ। ਸਾਡੇ ਦਿਮਾਗ ਦੇ ਵਿੱਚ ਇੱਕ ਗੱਲ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਸਿੱਖ ਕੌਮ ਜਿਹੜੀ ਨਾ, ਇਹ ਤਾਂ ਬਹੁਤ ਗਲਤ ਹੋਣੀ ਸ਼ੁਰੂ ਹੋ ਗਈ, ਇਹ ਤਾਂ ਗਰਕਣੀ ਸ਼ੁਰੂ ਹੋ ਗਈ। ਔਰ ਇਹ ਬਾਕਾਇਦਾ ਅਸੀਂ ਇਹ ਲਿਖਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਿੱਖ ਹੁਣ ਉਹ ਨਹੀਂ ਰਹੇ। ਸਿੱਖ ਬਾਕਾਇਦਾ ਅੱਜ ਵੀ ਦੇਖੀਏ ਤਾਂ ਬੜੇ ਸਿੱਖ ਜਿਹੜੇ ਅੱਜ ਵੀ ਜਿਹੜੇ ਬਾਣੇ ਦੇ ਧਾਰਨੀ ਨੇ, ਉਹ ਅੱਜ ਵੀ ਉਹੋ ਜਿਹੇ ਹੈਗੇ ਆ, ਪਰ ਆਪਾਂ ਉਹਨਾਂ ਨੂੰ ਦੇਖਣਾ ਬੰਦ ਕਰ ਦਿੱਤਾ। ਆਪਾਂ ਉਹਨਾਂ ਨੂੰ ਦੇਖਣਾ, ਔਰ ਉਹਦੇ ਨਾਲ ਜਿਹੜੇ ਸਿੱਖੀ ਦਾ ਦਰਦ ਮੰਨਦੇ ਨੇ, ਕਿਉਂਕਿ ਉਹਨਾਂ ਕੋਲ ਵਿਚਾਰਿਆਂ ਕੋਲ ਮੈਸੇਜਿਸ ਹੀ ਇਹੋ ਜਿਹੇ ਜਾਂਦੇ ਆ, ਤਾਂ ਫਿਰ ਉਹ ਆਪਣੇ ਆਪ ਨੂੰ ਬੜਾ ਡਿਪਰੈਸਡ ਫੀਲ ਕਰਦੇ ਆ, ਉਹ ਡਿਪਰੈਸ਼ਨ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦੇ ਆ। ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਮਨ ਨੂੰ ਟ੍ਰੇਨ ਕਰੀਏ ਪੋਜ਼ੀਟਿਵ ਚੀਜ਼ਾਂ ਵੇਖਣ ਲਈ। ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਜੋ ਨੈਗੇਟਿਵ ਹੋ ਰਿਹਾ ਉਹਦੇ ਵੱਲੋਂ ਛੱਡ ਦਈਏ, ਬਿਲਕੁਲ ਇਹਦਾ ਮਤਲਬ ਇਹ ਨਹੀਂ। ਇਹਦਾ ਮਤਲਬ ਇਹ ਹੈ ਕਿ ਜੋ ਨੈਗੇਟਿਵ ਵੀ ਹੋ ਰਿਹਾ ਉਹਨੂੰ ਵੀ ਦੇਖੀਏ ਕਿ ਆਪਾਂ ਸੁਧਾਰ ਕਿੱਦਾਂ ਸਕਦੇ ਹਾਂ, ਬਜਾਏ ਇਹਦੇ ਕਿ ਉਹਦੇ ਉੱਤੇ ਗੌਸਿਪ ਕਰਕੇ ਅਤੇ ਬਾਅਦ 'ਚ ਛੱਡ ਦਈਏ, ਜਾਂ ਇਹ ਕਹਿ ਦਈਏ ਉਹ ਤਾਂ ਜੀ ਬੰਦੇ ਨਿਕੰਮੇ ਆ ਜੀ, ਉਹ ਤਾਂ ਐਂ ਹੀ ਆ ਜੀ, ਇਹ ਤਾਂ ਗੱਲਾਂ ਹੀ ਐਵੇਂ ਹੀ ਹੋ ਗਿਆ, ਅੱਜ ਕੱਲ੍ਹ ਸਿੱਖ ਤਾਂ ਉੱਦਾਂ ਦੇ ਰਹੇ ਹੀ ਨਹੀਂ। ਇਹੋ ਜਿਹੀਆਂ ਗੱਲਾਂ ਕਰਨ ਦੀ ਬਜਾਏ ਅਸੀਂ ਪੋਜ਼ੀਟਿਵ ਚੀਜ਼ਾਂ ਨੂੰ ਮੈਨੀਫੈਸਟ ਕਰਨ ਦੀ ਕੋਸ਼ਿਸ਼ ਕਰੀਏ। ਜਿੰਨਾ ਪੋਜ਼ੀਟਿਵਿਟੀ ਮੈਨੀਫੈਸਟ ਕਰਾਂਗੇ ਉਨੀ ਜ਼ਿਆਦਾ ਪੋਜ਼ੀਟਿਵਿਟੀ ਹੁੰਦੀ ਜਾਊਗੀ। ਹੁਣ ਇਹੀ ਜਤ ਹੈ, ਇਹੀ ਇੰਦਰੀਆਂ ਦੇ ਉੱਤੇ ਕੰਟਰੋਲ ਹੈ, ਕਿਉਂਕਿ ਜਦੋਂ ਆਪਾਂ ਆਪਣੇ ਮਨ ਦੇ ਉੱਪਰ ਕੰਟਰੋਲ ਕਰ ਲਿਆ, ਜਦੋਂ ਅਸੀਂ ਆਪਣੇ ਮਨ ਨੂੰ ਸਮਝਾਉਣਾ ਸ਼ੁਰੂ ਕਰਤਾ ਕਿ ਤੂੰ
ਇਸ ਚੀਜ਼ ਨੂੰ ਐਵੇਂ ਹੀ ਕਰਨਾ, ਤੈਨੂੰ ਮੇਰਾ ਹੁਕਮ ਮੰਨਣਾ ਪੈਣਾ, ਮੈਂ ਤੇਰਾ ਹੁਕਮ ਨਹੀਂ ਮੰਨਣਾ। ਦੈਟ ਇਜ਼ ਵੈਨ ਜਦੋਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਜਤੀ ਕਹਿੰਦੇ ਨੇ ਨਾ, ਅਸੀਂ ਉਸ ਜਤੀ ਵੱਲ ਨੂੰ ਵਧਣਾ ਸ਼ੁਰੂ ਹੋਵਾਂਗੇ। ਜਤੀ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਮੋਡੈਸਟੀ ਐਂਡ ਚੈਸਟਿਟੀ, ਉਹ ਵੀ ਇੱਕ ਹਿੱਸਾ ਆ, ਬਟ ਨਾਟ ਕੰਪਲੀਟ ਡੈਫੀਨੇਸ਼ਨ, ਹੈ ਨਾ। ਸੋ ਬਹੁਤਾਤ ਦੇ ਵਿੱਚ ਜਿਹੜੇ ਸਕਸੈਸਫੁਲ ਲੋਕ ਵੀ ਹੁੰਦੇ ਆ, ਉਹਨਾਂ ਦੀ ਜ਼ਿੰਦਗੀ ਵਿੱਚ ਵੀ ਪ੍ਰੋਬਲਮਸ ਹੁੰਦੀਆਂ। ਕਿਉਂ ਪ੍ਰੋਬਲਮਸ ਹੁੰਦੀਆਂ ਆ? ਕਿਉਂਕਿ ਉਹਨਾਂ ਦੀ ਵੀ ਜਿਹੜਾ ਉਹਨਾਂ ਨੇ ਇੱਕ ਜਿਹੜਾ ਸਕਸੈਸਫੁਲ ਬਿਜ਼ਨਸਮੈਨ ਆ, ਉਹਦੇ ਕੋਲ ਹਜ਼ਾਰਾਂ ਹੀ ਬੰਦੇ ਕੰਮ ਕਰਦੇ ਹੋਣਗੇ, ਔਰ ਉਸ ਹਜ਼ਾਰਾਂ ਬੰਦਿਆਂ ਨੂੰ ਮੈਨੇਜ ਕਰ ਪਾਉਂਦਾ, ਪਰ ਆਪਣੇ ਮਨ ਨੂੰ ਮੈਨੇਜ ਕਰਨਾ ਬਹੁਤ ਔਖਾ ਹੋ ਜਾਂਦਾ। ਉਹਨੂੰ ਇਹ ਲੱਗਦਾ ਕਿ ਉਹ ਪੈਸੇ ਆ ਗਏ, ਓਕੇ ਹੁਣ ਇਸ ਤੋਂ ਅੱਗੇ ਹੋਰ ਵਧਾਈਏ ਆਪਾਂ। ਚੰਗੀ ਗੱਲ ਆ, ਵਧਣਾ ਮਾੜੀ ਗੱਲ ਨਹੀਂ, ਪਰ ਉਹ ਅਗਰ ਉਹ ਹੋਰ ਵਧਾਉਣ ਦੇ ਚੱਕਰ ਦੇ ਵਿੱਚ ਫਿਰ ਉਹ, ਕਿਉਂਕਿ ਮਨ ਉਹਨੂੰ ਡਿਗਾਈਡ ਕਰ ਰਿਹਾ ਹੁੰਦਾ ਨਾ, ਔਰ ਉਹ ਸੋਚਦਾ ਕਿ ਮੈਂ ਅਗਲੇ ਮਹੀਨੇ ਤੱਕ ਆਪਣੀ ਜਿਹੜੀ ਕੈਪੀਟਲ ਹੈ ਉਹਨੂੰ ਇੰਨੇ ਗੁਣਾ ਮਲਟੀਪਲਾਈ ਕਰ ਦੇਣਾ। ਅਗਰ ਉਹ ਤੋਂ ਥੋੜ੍ਹੀ ਜਿਹੀ ਘੱਟ ਰਹਿ ਗਏ, ਮੰਨ ਲਓ ਕਿ ਸੋਚਦਾ ਕਿ 2 ਗੁਣਾ ਕਰ ਦੇਣਾ, ਔਰ ਉਹ 1.5 ਗੁਣਾ ਹੋਵੇ, ਤਾਂ ਉਹ 1.5 ਗੁਣਾ ਨੂੰ ਨਹੀਂ, ਉਹ ਜਿਹੜੀ 0.5% ਨਹੀਂ ਹੋਈ ਨਾ, ਉਹਦੇ ਵਾਸਤੇ ਸੋਚਣਾ ਸ਼ੁਰੂ ਹੋ ਗਿਆ, ਕਿਉਂਕਿ ਤੁਹਾਡਾ ਮਨ ਇਸ ਤਰੀਕੇ ਨਾਲ ਤੁਹਾਨੂੰ ਮੋਲਡ ਕਰਦਾ ਹੈ। ਤੁਸੀਂ ਚਾਹੁੰਦੇ ਸੀਗੇ ਕਿ ਮੇਰਾ ਬੱਚਾ ਡਾਕਟਰ ਬਣੇ, ਪਰ ਉਹ ਡਾਕਟਰ ਨਹੀਂ ਬਣਿਆ, ਉਹ ਮੈਡੀਕਲ ਲਾਈਨ ਦੇ ਵਿੱਚ ਹੀ ਕੁਛ ਹੋਰ ਕਿਸੇ ਹੋਰ ਪੋਜੀਸ਼ਨ 'ਤੇ ਆ। ਅਤੇ ਆਪਾਂ ਇਹ ਨਹੀਂ ਸੋਚਣਾ ਕਿ ਉਹਨੇ ਮੈਡੀਕਲ ਲਾਈਨ ਦੇ ਵਿੱਚ ਉਹਦਾ ਨਾਮ ਹੈ, ਜੋ ਵੀ ਉਹ ਜੋਬ ਕਰ ਰਿਹਾ ਉਹਦੇ ਵਾਸਤੇ ਉਹਨੂੰ ਸ਼ਾਬਾਸ਼ ਦਈਏ ਕਿ ਯੂ ਆਰ ਡੂਇੰਗ ਯੋਰ ਜੋਬ ਪਰਫੈਕਟਲੀ ਫਾਈਨ। ਆਪਾਂ ਇਹ ਨਹੀਂ ਸੋਚਦੇ। ਆਪਾਂ ਕੀ ਸੋਚਦੇ ਹਾਂ ਕਿ ਇਹਨੂੰ ਤਾਂ ਮੈਂ ਡਾਕਟਰ ਬਣਾਉਣ ਸੀ, ਬਣਿਆ ਹੀ ਨਹੀਂ, ਐਂਡ ਦੈਟ ਇਜ਼ ਵਾਟ ਕਾਜ਼ਜ਼ ਡਿਪਰੈਸ਼ਨ। ਔਰ ਇਸੇ ਤਰੀਕੇ ਨਾਲ ਆਪਾਂ ਆਪਣੇ ਬੱਚਿਆਂ ਨੂੰ ਵੀ ਇਸੇ ਹੀ ਲਾਈਨ ਦੇ ਵਿੱਚ ਲਈ ਆਉਂਦੇ ਹਾਂ, ਔਰ ਉਹ ਵੀ ਉਸੇ ਤਰੀਕੇ ਨਾਲ ਮੈਂਟਲ ਹੈਲਥ ਦਾ ਸ਼ਿਕਾਰ ਹੁੰਦੇ ਜਾਂਦੇ ਆ। ਸੋ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਨਿਯਮਾਂ ਦੇ ਉੱਤੇ ਚੱਲ ਕੇ ਨਾ ਸਿਰਫ ਸਾਡਾ ਕਿਰਦਾਰ ਜਿਹੜਾ ਆ ਉਹ ਕਿਰਦਾਰੇ ਖਾਲਸਾ ਵਾਲਾ ਕਿਰਦਾਰ ਉੱਚਾ ਹੁੰਦਾ ਜਾਊਗਾ, ਸਗੋਂ ਜਿਹੜੀਆਂ ਸਾਡੀਆਂ ਰੋਜ਼ਮਰਾ ਦੀਆਂ ਪ੍ਰੋਬਲਮਸ ਨੇ, ਜਿਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਵੀ ਗਲਤਾਨ ਕਰ ਲਿਆ, ਅਸੀਂ ਉਹਨਾਂ ਵਿੱਚੋਂ ਵੀ ਬਚ ਸਕਦੇ ਹਾਂ। ਹੁਣ ਜਦ ਤੱਕ ਅਸੀਂ ਇਹ ਸਭ ਕੁਛ, ਕਿਉਂਕਿ ਫਿਰ ਉੱਥੇ ਗੱਲ ਆਉਂਦੀ ਆ ਕਿ ਜਦ ਤੱਕ ਆਪਣੀਆਂ ਇੰਦਰੀਆਂ ਨੂੰ, ਔਰ ਇੰਦਰੀਆਂ ਵੱਸ 'ਚ ਆਉਣੀਆਂ ਮਨ ਦੇ ਵੱਸ 'ਚ ਆਉਣ ਨਾਲ, ਜਦ ਤੱਕ ਇਹ ਨਹੀਂ ਕਰਦੇ, ਤਦ ਤੱਕ ਬਾਹਰੀ ਹਿੱਸਾ ਜਿਹੜਾ ਜੋ ਵੀ ਆਪਾਂ ਬਾਹਰੋਂ ਕਰੀ ਜਾਂਦੇ ਹਾਂ ਉਹ ਕਰਮ ਕਾਂਡ ਹੈ। ਔਰ ਉਹਨੂੰ ਗੁਰੂ ਮਹਾਰਾਜ ਸਾਨੂੰ ਬੜਾ ਕਲੀਅਰਲੀ ਉਹਨਾਂ ਨੇ ਗੁਰਬਾਣੀ ਵਿੱਚ ਸਾਨੂੰ ਦੱਸ ਦਿੰਦੇ ਆ, ਨਗਨ ਫਿਰਤ ਜੋ ਪਾਇਆ ਜੋਗ, ਬਣ ਕੇ ਮਿਰਗ ਮੁਕਤ ਸਭ ਹੋ। ਕਿ ਜੇ ਨੰਗੇ ਫਿਰਨ ਦੇ ਨਾਲ ਹੀ ਯੋਗ ਪਾਇਆ ਜਾਂਦਾ, ਤਾਂ ਫਿਰ ਜਿਹੜੇ ਮਿਰਗ ਨੇ, ਜੋ ਹਿਰਨ ਨੇ, ਉਹ ਤਾਂ ਸਾਰੇ ਫਿਰ ਨੰਗੇ ਰਹਿੰਦੇ ਆ, ਉਹ ਤਾਂ ਫਿਰ ਯੋਗੀ ਹੋ ਹੀ ਜਾਂਦੇ। ਕਿਆ ਨਾਂਗੇ ਕਿਆ ਬਾਧੇ ਚਮ, ਚਾਹੇ ਤੁਸੀਂ ਨੰਗੇ ਹੋ, ਚਾਹੇ ਤੁਸੀਂ ਕੋਈ ਚਮ ਮਤਲਬ ਸਕਿਨ ਬੰਨ ਲੈਂਦੇ ਆ। ਜਬ ਨਹੀਂ ਚੀਨਸ ਆਤਮ ਰਾਮ, ਕਿ ਜਦ ਤੱਕ ਤੁਸੀਂ ਉਸ ਪਰਮਾਤਮਾ ਨੂੰ ਨਹੀਂ ਚਿੰਤਨ ਕਰਦੇ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੈਨੀਫੈਸਟ ਨਹੀਂ ਕਰਦੇ, ਜਦ ਤੱਕ ਤੁਸੀਂ ਕਰਤਾ ਬਣਨਾ ਨਹੀਂ ਛੱਡਦੇ, ਤਦ ਤੱਕ ਇਹ ਸਭ ਕੁਛ ਕੀਤਾ ਜਿਹੜਾ ਇਹ ਕਰਮ ਕਾਂਡ ਹੈ। ਮੂਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆਂ ਕਾਈ, ਬਿੰਦ ਰਾਖ ਜੋ ਤਰੀਏ ਪਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਹੁਣ ਇਹਦੇ ਵਿੱਚ ਮੈਂ ਇੱਕ ਗੱਲ ਐਡ ਕਰਦੀ ਜਾਵਾਂ ਜਾਂਦੀ ਕਿ ਇੱਥੇ ਗੱਲ ਆਈ ਹੈ ਕਿ ਜੇ ਸਿਰਫ ਇੱਕ ਬਿੰਦ ਰੱਖ ਕੇ, ਕਿ ਜੇ ਤੁਸੀਂ ਕਿਸੇ ਜਤੀ ਦਾ ਮਤਲਬ ਸਿਰਫ ਚੈਸਟਿਟੀ ਹੀ ਹੈ, ਤਾਂ ਫਿਰ ਜਿਹੜੇ ਖੁਸਰੇ ਨੇ ਉਹਨਾਂ ਨੇ ਪਰਮਗਤ ਕਿਉਂ ਨਾ ਪਾਲੀ। ਇਸ ਲਾਈਨ ਦੇ ਉੱਤੇ ਪਿੱਛੇ ਜੇ ਬੜਾ ਬਵਾਲ ਹੋਇਆ ਸੀ, ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਸੀਗਾ ਕਿ ਜੀ ਦੇਖੋ ਜੀ, ਗੁਰਬਾਣੀ ਵਿੱਚ ਤਾਂ ਖੁਸਰਿਆਂ ਨੂੰ ਕੁਛ ਨਹੀਂ ਬੋਲਿਆ ਗਿਆ, ਸਿਰਫ ਇਗਜ਼ਾਮਪਲ ਲਈ ਗਈ ਆ ਕਿ ਅਗਰ ਸਿਰਫ ਤੁਸੀਂ ਇਹੀ ਸੋਚਦੇ ਆ ਕਿ ਮੈਂ ਇੱਕ ਚੈਸਟਿਟੀ ਵਾਲਾ ਲਾਈਫ ਜੀ ਕੇ, ਮੋਡੈਸਟੀ ਵਾਲੀ ਲਾਈਫ ਜੀ ਕੇ ਹੀ ਪਰਮਗਤ ਪਾਲੂੰਗਾ, ਤਾਂ ਫਿਰ ਖੁਸਰੇ ਜੋ ਕਿ ਬਣੇ ਹੀ ਇਸ ਤਰੀਕੇ ਨਾਲ ਹੈ, ਉਹ ਤਾਂ ਪਰਮਗਤ ਪਾ ਹੀ ਜਾਂਦੇ। ਕਿਉਂਕਿ ਗੁਰੂ ਉਸ ਪਰਮਾਤਮਾ ਦੇ ਘਰ ਦੇ ਵਿੱਚ ਨਾ ਤੁਸੀਂ ਆਦਮੀ ਹੋ, ਨਾ ਤੁਸੀਂ ਔਰਤ ਹੋ, ਨਾ ਤੁਸੀਂ ਖੁਸਰੇ ਹੋ। ਉਸ ਜਗ੍ਹਾ ਦੇ ਉੱਤੇ ਸਿਰਫ ਤੁਸੀਂ ਇੱਕ ਆਤਮਾ ਹੋ, ਔਰ ਹਰ ਇੱਕ ਆਤਮਾ ਬਰਾਬਰ ਪਰਖੀ ਜਾਊਗੀ, ਔਰ ਕਿਸ ਕਸਵੱਟੀ ਦੇ ਉੱਤੇ ਪਰਖੀ ਜਾਊਗੀ ਕਿ ਉਸ ਪਰਮਾਤਮਾ ਦੇ ਨਾਲ ਇਹ ਆਤਮਾ ਇੱਕਮਿਕ ਕਿੰਨੀ ਕੁ ਹੋਈ ਹੈ। ਔਰ ਗੁਰਬਾਣੀ ਸਾਰੀ ਹੀ ਇਸ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ। ਸੋ ਆਪਾਂ ਜਿਹੜੀ ਆਪਣੀ ਮੱਤ ਦੇ ਅਕੋਰਡਿੰਗ ਜਿਹੜੀਆਂ ਡੀਕੋਡਿੰਗ ਕਰਨੀ, ਉਹ ਥੋੜ੍ਹੀ ਜਿਹੀ ਆਪਾਂ ਉਹਨੂੰ ਬੰਦ ਕਰ ਲਈਏ, ਔਰ ਸੋਚੀਏ ਕਿ ਗੁਰੂ ਮਹਾਰਾਜ ਸਾਨੂੰ ਅਸਲ 'ਚ ਕਹਿ ਕੀ ਰਹੇ ਆ। ਸੋ ਇੱਥੋਂ ਮੇਰਾ ਜਿਹੜਾ ਅੱਜ ਦਾ ਸਮਾਂ ਉਹ ਇੰਨਾ ਕਿ ਮੈਨੂੰ ਇਜਾਜ਼ਤ ਦੇ ਰਿਹਾ, ਪਰ ਜਿਹੜੀ ਅਖੀਰਲੀ ਗੱਲ ਮੈਂ ਕਰੂੰਗੀ ਉਹ ਇਹੀ ਹੈ, ਜੋ ਕਨਕਲੂਜਨ ਹੈ
ਕਿ ਜਿਹੜੀ ਜੱਤ ਸੱਤ ਜਾਂ ਜਿੰਨੀਆਂ ਵੀ ਜੋ ਵੀ ਸੰਤੋਖ ਵੀ ਔਰ ਇਹ ਸਾਰਾ ਕੁਝ ਜੋ ਇਨਟੈਂਜੀਬਲ ਨੇ, ਜਿਨ੍ਹਾਂ ਨੂੰ ਆਪਾਂ ਦੇਖ ਨਹੀਂ ਸਕਦੇ, ਉਹ ਕਰੈਕਟਰ ਸਕੈਚ ਜਿਹੜੇ ਆ ਉਹ ਗੁਰੂ ਮਹਾਰਾਜ ਸਾਨੂੰ ਕਹਿੰਦੇ ਆ ਕਿ ਇਨ ਟੋਟੈਲਿਟੀ ਸਾਡੇ ਅੰਦਰ ਆਉਣੇ ਚਾਹੀਦੇ ਆ। ਔਰ ਉਹ ਆਉਣਗੇ ਕਦੋਂ? ਜਦੋਂ ਅਸੀਂ ਆਪਣੀਆਂ ਇੰਦਰੀਆਂ ਦੇ ਉੱਤੇ ਵੱਸ ਪਾ ਲਿਆ, ਜਦੋਂ ਅਸੀਂ ਆਪਣੀਆਂ ਇੰਦਰੀਆਂ ਨੂੰ ਆਪਣੇ ਵੱਸ 'ਚ ਕਰ ਲਿਆ। ਸਾਡੀਆਂ ਇੰਦਰੀਆਂ ਸਾਡੇ ਕਹੇ 'ਤੇ ਚੱਲਣ, ਨਾ ਕਿ ਅਸੀਂ ਆਪਣੀਆਂ ਇੰਦਰੀਆਂ ਦੇ ਕਹੇ 'ਤੇ ਚੱਲੀਏ। ਗੁਰੂ ਮਹਾਰਾਜ ਸਾਫ਼ ਦੱਸਦੇ ਨੇ, ਜਤ ਸਤ ਸੰਜਮ ਸਚ ਸੋ ਚੀਤ, ਨਾਨਕ ਜੋਗੀ ਤ੍ਰਿਭਵਨ ਮੀਤ। ਕਿ ਜਤ ਸਤ ਸੰਜਮ ਸੱਚ, ਇਸ ਜਿਨ੍ਹਾਂ ਦੇ ਚਿੱਤ ਦੇ ਵਿੱਚ ਇਹ ਹੈ, ਉਹੀ ਜੋਗੀ ਨੇ। ਔਰ ਉਹ ਜਿਹੜੇ ਐਸੇ ਜੋਗੀ ਨੇ, ਉਹ ਤ੍ਰਿਭਵਨ ਮਤਲਬ ਤਿੰਨਾਂ ਭਵਨਾਂ ਦੇ ਦੋਸਤ ਨੇ, ਮੀਤ ਨੇ। ਉਹੀ ਸਿਰਫ ਪਰਮਗਤ ਨੂੰ ਪਾ ਸਕਦੇ ਆ। ਬਾਕੀ ਆਪਾਂ ਬਾਹਰੋਂ ਜੋ ਮਰਜ਼ੀ ਭੇਸ ਬਣਾਈ ਚੱਲੀਏ, ਜਦ ਤੱਕ ਅਸੀਂ ਅੰਦਰੋਂ ਸਾਡੀ ਤਬਦੀਲੀ ਨਹੀਂ ਆਉਂਦੀ, ਤਦ ਤੱਕ ਪੋਸੀਬਿਲਿਟੀ ਨਹੀਂ ਹੈ। ਇੰਨੀਆਂ ਕੁ ਮੇਰੀਆਂ ਅੱਜ ਜਿਹੜੀਆਂ ਬੇਨਤੀਆਂ ਨੇ ਉਹ ਪ੍ਰਵਾਨ ਕਰਨਾ। ਅਗਲੇ ਐਪੀਸੋਡ ਦੇ ਵਿੱਚ ਆਪਾਂ ਫਿਰ ਮਿਲਾਂਗੇ, ਔਰ ਮੈਂ ਕੋਸ਼ਿਸ਼ ਕਰੂੰਗੀ ਕਿ ਅਗਲੇ ਐਪੀਸੋਡ ਦੇ ਵਿੱਚ ਜਿਹੜੇ ਤੁਹਾਡੇ ਕੁਐਸਚਨ ਆਨਸਰਸ ਨੇ ਉਹਨਾਂ ਨੂੰ ਮੈਂ ਟੈਕਲ ਕਰਾਂ, ਕਿਉਂਕਿ ਇਸ ਤੋਂ ਅੱਗੇ ਜਿਹੜੇ ਬਾਅਦ ਵਿੱਚ ਫਿਰ ਜਿਹੜੇ ਐਪੀਸੋਡਸ ਆਉਣਗੇ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਹੀ ਜ਼ਿੰਦਗੀ ਦੇ ਵਿੱਚੋਂ ਸਾਨੂੰ ਕੁਝ ਹੋਰ ਰੂਲਸ ਜਿਹੜੇ ਆ ਉਹ ਦੇਖਣੇ ਆ, ਉਹ ਸਿੱਖਣੇ ਆ, ਅਤੇ ਆਪਾਂ ਉਹਨਾਂ ਦੀ ਡਿਸਕਸ਼ਨ ਅੱਗੇ ਚਲਾਵਾਂਗੇ। ਪਰ ਉਸ ਤੋਂ ਪਹਿਲਾਂ ਮੈਂ ਅਗਲੇ ਐਪੀਸੋਡ ਦੇ ਵਿੱਚ ਕੁਐਸਚਨ ਆਨਸਰ ਸੀਰੀਜ਼ ਦੇ ਉੱਤੇ ਗੱਲ ਕਰਾਂਗੀ। ਇੰਨੀਆਂ ਗੱਲਾਂ ਕਰਦੀ ਹੋਈ ਭੁੱਲਾਂ ਚੁੱਕਾਂ ਦੀ ਸਿੱਖਿਆ ਜੀ, ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।